ਕਿਤੇ ਤੇਰੇ ਰਾਗ ਪਰੀ ਸਿਉ ਕਈਆ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤਨੋ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵੰਤ ਨੂੰ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰਨਾਲੇ। ਗਾਵੰਤ ਨੂੰ ਸਿੱਧ ਸਮਾਧੀ ਅੰਦਰ, ਗਾਵੰਤ ਨੂੰ ਸਾਧ ਵਿਚਾਰੇ। ਗਾਵੰਤ ਨੂੰ ਜਤੀ ਸਤੀ ਸੰਤੋਖੀ, ਗਾਵੰਤ ਨੂੰ ਵੀਰ ਕਰਾਰੇ। ਗਾਵੰਤ ਨੂੰ ਪੰਡਤ ਪੜਨ ਰਖੀ, ਸਰ ਜੁਗ ਜੁਗ ਵੇਦਾਂ ਨਾਲੇ। ਗਾਵੰਤ ਨੂੰ ਮੋਹਣੀਆਂ ਮਨਮੋਹਨ, ਸੁਰਗ ਮਛ ਪਿਆਲੇ। ਗਾਵੰਤ ਨੂੰ ਰਤਨੁ ਪਾਏ ਤੇਰੇ, 68 ਤੀਰਥ ਨਾਲੇ। ਗਾਵੰਤ ਨੂੰ ਜੋਧ ਮਹਾਬਲ ਸੂਰਾ, ਗਾਵੰਤ ਨੂੰ ਖਾਣੀ ਚਾਰੇ। ਗਾਵੰਤ ਨੂੰ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਈ ਤੁਧ ਨੂੰ ਗਾਵਨ ਜੋ ਦੁਰਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਧ ਨੂੰ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ, ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ। ਜਿਉ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸਹਾਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਖੇਤਾ, ਕੇਵੜ ਚੀਰਾ ਰਹਾ। ਸਭ ਸ਼ਰਤੇ ਮਿਲ ਸ਼ਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤਦ ਬਿਨ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਹੀਂ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੀ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਤ ਭੂਖੈ ਖਾਇ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੈ ਖਾੜ ਨ ਜਾਏ। ਨਾ ਉਮਰੈ ਨ ਹੋਵੈ ਸੋਗ, ਦੇਂਦਾ ਰਹਿ ਨ ਚੁਕੈ ਭੋਗ। ਗੋਣੇ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਵ ਤੇਵੜ ਤੇਰੀ ਦਾਤ, ਜਿਨ ਦਿਨ ਕਰਖੈ ਕੀਤੀ ਰਾਤ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਸਨਾਥ। ਰਾਗ ਗੁਜਰੀ ਮਹੱਲਾ ਚੌਥਾ। ਹਰਿ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਿਆ ਨਾਮ ਪਰਗਾਸ। ਮੇਰੇ ਮੀਤ ਗੁਰ ਦੇ ਮੋਕੋ, ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਇ, ਹਰਿ ਕੀਰਤ ਹਮਰੀ ਰਹਿ ਰਾਸ ਰਹਾਉ। ਹਰਿ ਜਨ ਕੇ ਵਡ ਭਾਗ ਵਡੇਰੇ, ਜਿਨ ਹਰਿ ਹਰਿ ਸ਼ਰਧਾ ਹਰਿ ਪਿਆਸ। ਹਰਿ ਹਰਿ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰਿ 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 ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲੇਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ।
ਕਾਹੇ ਰੇ ਮਨ ਚਿਤਵੈ ਉਦਮ, ਜਾਇਆ ਹਰ ਹਰ ਜੀਉ ਪਰਿਆ। ਸ਼ੈਲ ਪੱਥਰ ਮੈਂ ਜੰਤ ਉਪਾਏ, ਤਾ ਖਾਰਿਜ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸਤ ਬਨਿਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਜਿਕ ਸੰਬਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਊੜੇ ਉੜਿਆਵੈ ਸੈਕੋ ਸਾਥ, ਪਾਛੇ ਬਚਨੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਦਾਨ ਦਸ ਸਿਧਾਨ, ਠਾਕੁਰ ਕਰਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਪਾਰਾ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਓ ਸੰਤੋ ਜੀ, ਸਭ ਦੁਖ ਵਿਸਾਰਣਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਕ ਦਾਤੇ ਇਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਝ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਾਪੇ ਜਪੈ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀ ਬੜੀ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨੇਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ। ਤੁਧ ਆਪੇ ਸ੍ਰੇਸ਼ਟ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੈ ਕੇ ਜੀ, ਜੋ ਸਭ ਸੇ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤਦ ਬਿਨ ਦੂਜਾ ਵਰ ਨਾ ਕੋਇ। ਤੂੰ ਕਰ ਕਰ ਵੇਖੈ ਜਾਣੈ ਸੋਈ, ਜਨ ਨਾਨਕ ਗੁਰਮੁਖ ਪ੍ਰਗਟ ਹੋਈ। ਆਸਾ ਮਹੱਲਾ ਪਹਿਲਾ। ਤਿਤ ਸਰਵਰੜਾ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ।
पंक जो मोह पग नहीं चालै, हम देखा तह डूबी हले। मानिक न चेत समूढ़ मना, हर बिसर तेरे गुण गलिया रहा। ना हों जति सती नहीं पढ़िया, मूर्ख मुग्धा जन्म भया। प्रणवत नानक तिनकी शरणा, जिंतु नाही विसरिया। आसा महला पंजवा। पई प्राप्त मानुख देहरिया, गोविंद मिलन की ये तेरी वरिया। अवर काज तेरा कितै न काम, मिल सार संगत भज केवल नाम। सरंजाम लाग भव जल तरन कै, जन्म वृथा जाओ तरंग माया कह रहा। जाप तप संयम धर्म ना कमाया, सेवा साध न जानिया हर राया। कहो नानक हम नीच करम, शरण परे की राखो शर्मा। जब तब संयम धर्म ना कमाया, सेवा साध न जानिया हर राया। कहो नानक हम नीच करम, शरण परे की राखो शर्मा। एक ओंकार श्री वाहिगुरु जी की फतेह। पातशाही दसवीं चौपे। 15 शस का काटा शीशा, श्री यश के जगत की ईसा। पापन वृष गगन ते भई, सब हिन्नान बधाई दे। धन्य धन्य लोगन के राजा, दुष्टंदा गरीब निवाजा। अखल पवन के सिरजनहारे, दास जान मेले हो वारे। कविवाच विनती चौपे। हमरी करो हाथ दे रक्षा, पूर्ण होए चित की इच्छा। तब चरणन मन रह हमारा, अपना जान करो प्रतिपारा। हमरे दुष्ट वै तुम काहूँ, आप हाथ दे मोहे बचाओ। सुखी बसै मोरो परिवारा, सेवक सिख सब करतारा। मोर अच्छा निज करदे करिया, सब बैरन को आज संघरिया। पूरन होए हमारी आशा, तोर भजन की रहे प्यासा। तुम्हें छाड़ कोई अमर न ध्याऊँ, जो वर चाहूँ सो तुम ते पाऊँ। सेवक सिख हमारे तारियाँ, चुन चुन शत्रु हमारे मारियाँ। आप हाथ दे मुझे वरिया, मरण काल का त्रास निवरिया। उजो सदा हमारे पच्छा, श्री अस तुझो करे हो रक्षा। राख ले हो मोह राखन हारे, साहिब सन सहाय प्यारे। दीन बंद दुष्टन के हंता, तुम हो पुरी चतुर्दश कंता। काल पाए ब्रह्मा बपतरा, काल पाए शिव जू अवतरा। काल पाए कर विशन प्रकाशा, सकल काल का किया तमाशा। जवन काल जोगी सब कियो, वेद राज ब्रह्मा जूथियो। जवन काल सब लोक सवारा, नमस्कार है ताहे हमारा। जवन काल सब जगत बनायो, देव दैत जछन पजायो। आदि अंत कै अवतारा, सोई गुरु समझो हमारा। नमस्कार तिसी को हमारी, सकल प्रजा जिनी आप सवारी। सेवकन को सब गुण सुख दियो, शत्रुन को पल मोह बद कियो। कट कट के अंतर की जानत, भले बुरे की पीर पिशानत। चीठी थे कुंचर असथूला, सब पर कृपा दृष्ट कर फूला। संतन दुख पाए थे दुखी, सुख पाए साधन के सुखी। एक एक की पीर पिशान, घट घट के पट पट की जान। जाबद कर करा कर तारा, प्रजा तर थम दे पारा। जब कर करत हो कब हूँ, तुम मैं मिलत दे तर सब हूँ। जेते बदन से श्रम तहारै, आप अपनी बूझू चारै। तम सभी तेरा निरालम, जानत वेद भेद अरियालम। निरंकार निर्विकार निर्लम, आद अनील अनाद असंभ। ताका मूढ़ चारत भेदा, जाको भेव न पावत भेदा। ताको कृपाहन अनुमानत, महामूढ़ कछ भेद न जानत। महादेव कौ कह सदा शिव, निरंकार का चीनत न भय।
आप आपनी बुध है जेती, बरनत भिन भिन तोहें तेती। तुमरा लखा न जाए पसारा, के विद सजा प्रथम संसारा। एक रूप अनूप स्वरूपा, रंग भयो राव कही भूपा। अंडज जे रसे तज कीनी, उत्पज खान बहु रच दीनी। कहूँ फूल राजा हव बैठा, कहूँ सिमट पिह शंकर इकट्ठा। शिगरी श्रेष्ठ खाय अचंभव, आज जुगा स्वरूप स्वयंभव। अब रक्षा मेरी तुम करो, सिखूँ बार सिख संघरो। दुष्ट जिते उठवा तत पाता, सकल मलेश करो रण काता। जे अस्तवित हो शरणी पारे, तिनके दुष्ट दुख थवा मारे। पुरख जवन पग परे तिहारे, तिनके तुम संकट सब टारे। जो कल कोई कुबार ते आए हैं, ताकि काल निकट न है। रक्षा है ताहि सब काला, दुष्ट अरिष्ट रह तत्काला। कृपा दृष्ट जाहि निहार हो, ताकि ताप तनिक मैं हर हो। रिद सिद्ध कर्म सब होई, दुशास सके न कोई। एक बार जिंत में संभारा, काल फांस ते ताहि उबारा। जिंदर नाम तिहारो कहा, दारिद दुष्ट दुख ते रहा। खड़कित मैं शरण तिहारी, आप दलियो वारी। सर्व ठार महो सहाय, दुष्ट दुख ते लेहो बचाई। कृपा करी हम पर जग माता, ग्रंथ करा पूर्ण शुभ राता। किल विघ सकल दे को हरता, दुष्ट दोखियन को शय करता। श्री तुझ पै दयाला, पूर्ण करा ग्रंथ तत्काला। मन बांछत फल पावै सोई, दोख न तिसै व्यापत कोई। अड़िल सुना गुंग जो जाहि, सरस न पावे। सुना मूढ़ चित लाय, चतुरता आवे। दुख दर्द पाव निकट ना तिन नर किर है। हो जो जाकी एक बार, चौपई को कह चौपई। संबत 17 सहस पणिजै, अर्ध सहस फुन तीन कहिजै। भाद्र सुदी अष्टमी रविवारा, तीर स्तद्रव ग्रंथ सुधारा। इत श्री चरित्रो पखियाने, त्रिया चरित्रे मंत्री भूप संवादे। 405 चरित्र समापत, मस्त सो मस्ता भजऊं दोहरा। दास जान कर दास पार, की जय कृपा अपार। आप हाथ दे राख मोहे, मन क्रम बचन विचार चौपई। मैं ना गणेश प्रथम मनाऊं, किशन बिशन कबहू न ध्याऊं। कान सुने पहचान ना तिन सो, लिव लागी मोरी पगिन सो। महाकाल रखवार हमारो, महालो मैं किंकर थारो। अपना जान खरो रखवार, बाहि गही की लाज विचार। अपना जान मुझे प्रत परिया, चुन चुन छत्र हमारी मरिया। देग तेग जग में दो चला है, राखा मोय और न दला है। तुम मम करो सदा प्रतिपारा, तुम साहिब दास तिहारा। जान अपना मुझे निवाज, आप करो हमरे सब काज। तुम हो सब राजन के ही राजा, आपे आप गरीब निवाजा। दाह जान कर कृपा करो मोहे, हार परा मैं आन द्वार थोहे। अब ना जान करो प्रतिपारा, तुम साहिब मैं किंकर थारा। दाह जान दे हाथों भारो, हमरे सब भैरियन संघारो। प्रथम तरों भगवत को ध्याना, बाहर करो कविता विदनाना। कृष्ण जथा मत चरित्र उचारो, चूक होए कबले सुधारो। कवि वाच दोहरा, जो ने ब्रह्म सो कहा, सो कहो जग माहि।
जो ते प्रभ को ध्याए हैं अंसर को जाहे दोहरा। हार हर जन दुई कहें बेविचार किश नाहि। जल ते उपज तरंग ज्यों जल ही विखै समाए दोहरा। जब आइस प्रभ को प्यो जन्म थरा जग आए। अब मैं कथा संक्षेप ते सब हूँ कह सुनाए। कब आए दोहरा। ठान प्यो मैं जोर कार बचन कहाँ सिर न्याय। पंथ चला तब जगत मैं जब तुम करो सहाय दोहरा। जे जे तुमरे ध्यान को निथुड़ त्या है संत। अंत लहेंगे मुक्त फाल पावेंगे भगवंत दोहरा। काल पुरख की देह मोह कोटि विष्णु महेश। कोट इंद्र ब्रह्मा किते रव संस्कृर जलेश दोहरा। राम कथा जुग जुग अटल सब कोई पाखत नेत। सुरगवास सुरग भर करा सगरी पुरी समेत चौपे। जो ये कथा सुनै अर गावै दुख पाप ते निकट न आवै। विष्णु भगत की ये फल होई आद व्याध छह सकै न कोई। संमत 17 सहस 55 हाड़ बधी प्रथम सुख दावन। तब प्रसाद कर ग्रंथ सुधारा भूल परी लहो लेहो सुधारा दोहरा। नेत्र तुमके चरण तार स्तद्रव तीर्थ रंग। श्री भगवत पूरन कियो रघुवर कथा प्रसंग। साध साध जानो नहीं बास स्वाद विमान। ग्रंथ सकल पूरन कियो भगवत कृपा प्रसाद सवैया। पाई गहे जब ते तुमरे तब ते को आँख तेरे नहीं आन्यो। राम रहीम पुराण कुरान अनेक है मत एक न मान्यो। सिमरत शास्त्र भेद सब बहु भेद कहें हम एक न जान्यो। श्री अस्पान कृपा तुमरी कर मैं न कहो सब तो हे बखान्यो दोहरा। सगल द्वार को छाड़ कर गहो तुहारो द्वार। बाहें गहें की लाज अस गोविंद दास तुहार। राम कली महला तीजा आनंद एक ओंकार सतगुर प्रसाद। आनंद पिया मेरी माई सतगुरु मैं पाया। सतगुर ता पाया सह सेती मन भजियाँ बधाइयाँ। राग रतन परवार परियां शब्द गावण आइयां। शब्दों ता गावो हरि के मन जनी वसाया। कह नानक आनंद होआ सतगुरु मैं पाया। ये मन मेरिया तुम सदा रहो हर नाले। हर नाल रहो तुम मन मेरे दुख सब बेसारना। अंगीकारो करे तेरा कारज सब सवारना। सबना गल्लां समरथ स्वामी सो क्यों मनो बिसारे। कह नानक मन मेरे सदा रहो हर नाले। साचे साहिबा क्या नाही घर तेरा। घर तां तेरा सब किछ है जिस देह सो पावे। सदा शिव सलाह तेरी नाम मन वसावे। नाम जिनकै मन वसिया माझे शब्द घनेरे। कह नानक सच्चे साहिब क्या नाही घर तेरा। साचा नाम मेरा आधारो। साच नाम धार मेरा जिन भुखा सब गवाइयाँ। कर शांत सुख मन आए वसिया जिने इच्छा सब पुजाइयाँ। सदा कुर्बान किया गुरु बिटों जिस दियाँ वड्याइयाँ। कह नानक सुनो संतो शब्द धरो प्यारो। साचा नाम मेरा आधारो। वाजे पंच शब्द तित कर सुभागा। कर सुभागा शब्द वाजे कला जित कर धारिया। पंच दूत तुद वस कीते काल कंठ कुमारिया। तुर कर्म पाया तुर जिन कौ से नाम हर कह लागे। कह नानक तैस कहो आतित कर अनाद वाजे। अन सुनो बड़ भागी हो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची वाणी। संत साजन पै सरसे पूरे गुर ते जानी। सुनते पनीत कहते पवित सतगुर है पर पूरे। बिनवंत नानक गुरु चरण लागे वाजे अनहद तूरे। मधावणी महला पंजवा। थाल विच तिन वस्तु पईयो सत संतोख विचारो। अमृत नाम ठाकुर का पेयो जिसका सब सुधारो। जे को खावै जे को मुंचै तिसका होए उधारो।
ਇਹ ਵਸਤ ਜੀ ਨ ਜਾਈ ਨਿਤ ਨਿਤ ਰਾਖੜ ਧਾਰੋ। ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ। ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੀ। ਉੱਥੈ ਤੇਰੀ ਰਾਖ ਅਗਨੀ ਉਦਰ ਮਾਹੇ। ਸੁਣ ਕਹਿ ਜਮ ਕੇ ਦੂਤ ਮਾਇ ਤੇਰਾ ਛੜ ਜਾਹੇ। ਭਾਜਲ ਬਿਖਮ ਸਗਾਹੁ ਗੁਰੂ ਸ਼ਬਦੀ ਪਾਰ ਪਾਹੇ। ਜਿਨ ਕਾ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ। ਕਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਹੇ। ਸਭ ਸੇਨੋ ਕਿਰਪਾਲ ਸਭ ਮਾਲੀ ਸਾਹੀ ਸਾਹੇ। ਬਿਰਥਾ ਕੋਈ ਨਾ ਜਾਏ ਜੀ ਆਵੈ ਤਿਦ ਆਏ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜੀਵਾ ਜਬ ਗੁਰੂ ਨਾਮ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਮ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪੋ ਵਾਰਿਆਨ। ਗੁਰ ਕੀ ਪੈਰੀ ਪਾਈ ਕਾ ਸਵਾਰਿਆਨ। ਹੂੰ ਆਇਆ ਦਿਆਲ ਮਨੋ ਨਾ ਵਿਸਾਰਿਆਨ। ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ। ਸਾਖਤ ਨਿੰਦਕ ਦੁਸ਼ਟ ਖਿਨ ਮਾਹਿ ਵਿਦਾਰਿਆਨ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਬੋਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਏ। ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ। ਰਾਖੋ ਸਰਣਾਏ।
ਧਨਾਸਰੀ ਮਹੱਲਾ ਪਹਿਲਾ। ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜੰਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਕੁਲ ਅਨੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਪੇਰੀ। ਸਹਿਸ ਤਵ ਨੈਨ ਨਾਨਾ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨਾ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸਕਾ, ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹੇ ਆਹੇ ਪਿਆਸਾ। ਜਲ ਦੇ ਨਾਨਕ ਸਾਰੰ ਕੋ, ਹੋਏ ਜਾਂਤੇ ਤੇਰਾ ਨਾਮ ਵਾਸਾ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਨੋ ਨਾਮ ਤੇਰੋ ਰਸਾ, ਨਾਮ ਤੇਰੋ ਕੇਸਰੋ ਲੈ ਛਿਟਕਾਰੇ। ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੈ ਤੁਝੈ ਕੋ ਚਾਰੇ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਉਜਿਆਰ ਭਵਨ ਸਗਲਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰ ਭਵਨ ਸਗਲਾਰੇ। ਤੇਰੋ ਕੀ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ, ਪਾਰੇ 18 ਸਗਲ ਜੁਠਾਰੇ। ਤੇਰੋ ਕੀਆ ਤੁਝੇ ਕਿਆ ਰਪੋ, ਨਾਮ ਤੇਰਾ ਤੂੰ ਹੀ ਚਵਰ ਠੁਲਾਰੇ। 10 8 8 ਸਠੇ ਚਾਰੇ ਖਾਣੀ, ਇਹ ਬਰਤਨ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ। ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਉ ਕਮਲਾ ਪਤੇ। ਮੰਗਲਾ ਹਰ ਮੰਗਲਾ ਨਿਤ, ਮੰਗਲ ਰਾਜਾ ਰਾਮ ਰਾਏ ਕੋ। ਉਤਮ ਦੀਅਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾਪਤੀ। ਰਮ ਭਗਤ ਰਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਪੈ ਤਾਰ ਗੋਬਿੰਦੇ, ਸੈਣ ਫਣੇ ਭਜ ਪਰਮਾਨੰਦੇ। ਸੁਨ ਸੰਧਿਆ ਤੇਰੀ ਦੇਵ ਦੇਵਾ ਕਰ, ਹਦ ਪਤ ਆਦ ਸਮਾਈ। ਸਿੱਧ ਸਮਾ ਅੰਤ ਨਹੀਂ ਪਾਇਆ, ਲਾਗ ਰਹੇ ਸਰਣਾਈ। ਲੈ ਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਆਂਡਾ ਬ੍ਰਹਮਾ ਨਿਗਮ ਵਿਚਾਰੈ, ਅਲਖ ਨ ਲਖ ਆ ਜਾਏ। ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇ ਉਜਿਆਰਾ। ਹੋਤ ਲਾਏ ਜਗ
ਜਗਦੀਸ਼ ਜਗਾਇਆ। ਬੂਝੈ ਬੂਝਨ ਹਾਰਾ ਪੰਚੇ ਸ਼ਬਦ ਅਨਾਹਤ ਬਾਜੇ। ਸੰਗੇ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ। ਨਿਰੰਕਾਰ ਨਿਰਵਾਣੀ ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ ਦੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ ਆਰਤਾ। ਕਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਤ ਜਿਓ। ਮਨੀਆਂ ਸਾਧਨ ਨਿਕਾਇਆ ਨਾਜ ਮੰਗੋ ਸਤ ਸਿਕਾ। ਭੈਸ ਮੰਗੋ ਲਾਵੇਰੀ ਇਕਤਾ ਜਨ ਤੁਰੇ ਚੰਗੇਰੀ। ਕਰ ਕੀ ਗੀਹਣ ਚੰਗੀ ਜਨ ਧਨਾ ਲੈਵੇ ਮੰਗੀ। ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ। ਭੁਖੇ ਭਗਤ ਨ ਕੀਜੈ ਇਹ ਮਾਲਾ ਆਪਣੀ ਲੀਜੈ। हो मांगो संतन रे नाम मैं नाही किसी का देना। माधो ऐसे बने तुम संगे आप ना देव तले हो मंगे। वे सिर मांगो चूना पाओ के हो संग लूना। अक्षर मांगो दाले मोको दोनों वक्त जीवाले। खाट मंगो चौपाई सेरा ना अवर तलाई। ऊपर को मांगो किंदा तेरी भक्त करे जान तींदा। मैं नाही कीता लभो एक नाम तेरा मैं फब्बो। कहत कबीर मन मान्या मन मान्या तो हर जान्या। माधो कैसी बने तुम संगे संगे आप न दे हो तन ले हो मंगे मंगे। सोया या ते प्रसन्न पए हैं महामुन। देवन के तप में सुख पावे जग करे एक बेद रह पाव ताप हर मिल ध्यान लावे। चालर ताल मृदंग पंगर बावली सुर साध मिलावे। किन्नर गंध बगान कर गन जाछे पच्छर नृत देखावे। शंखन की धुन कंटन की कर फूलन की बरखा बरखावे। आरती कोट करे सुर सुंदर एक पुरंदर के बल जावे। दानत दक्षिण दे के प्रदक्षिण भाले में कुंकुम अक्षित लावे। कोलाहल देव पोरी मिल देवन के कुल मंगल गावे। हे राव हे सस हे करुणानित मेरी अब विनती सुन लीजै। और न मांगत हो तुम ते कछ चाहत हो चित में सोई कीजै। शस्त्र सो अत हिरण भीतर जूझ मरो तो सच पति जय। संत सहाय सदा जग माए कृपा कर श्याम एह बर दीजै। संत सहाय सदा जग माए कृपा कर श्याम एह बर दीजै। पाएंगे जब ते तुमरे तबे को मांग तरे नहीं आने। राम रही पुराण पुराण अनेक है मत एक न माने सिमृत शास्त्र वेद सब वो वेद हम एक न जाने। श्री पान कृपा तुमरी कर मैं न कहो सब तोहे बखाने। श्री पान कृपा तुमरी कर मैं न कहो सब तोहे बखाने। दोहरा सगल द्वार को छाड़ के गयो तुहारो द्वार। मांगे कीला जस गोविंद दास तुहार। ऐसे चंड प्रताप ते दे मन बड़े हो प्रताप। तीन लोक जय जय करे रे नाम सद जाप। छत्र चक्रवर्ती छत्र चक्र भुगते। अम्बव शोभं सर्वदा सर्व जुक्ते। दुकालं प्रणासी दयालं स्वरूपे। सदा अंग संगे अपंगं विभूते। दुकालं प्रणासी दयालं स्वरूपे। सदा अंग संगे अपंगं विभूते। डिठे सबे तां नहीं तुद जेया। डिठे सबे तां नहीं तुद जेया।
ਵਿਦਾਤੇ ਤਾਂ ਤੂੰ ਸੋਇਆ। ਅਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਵਸਦੇ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਦੁਖ ਨਿਵਾਰਣ ਨਾਰਾਇਣ ਨਾਰਾਇਣ। ਦੁਖ ਨਿਵਾਰਣ ਨਾਰਾਇਣ ਨਾਰਾਇਣ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਸਗਲ ਭਗਤ ਜਾਂਚੈ ਸੁਖ ਸਾਗਰ। ਸਗਲ ਭਗਤ ਜਾਂਚੈ ਸੁਖ ਸਾਗਰ। ਪਵਨਿਧ ਤਰਨ ਹਾਰ ਚਿੰਤਾ ਮਨੇ ਚਿੰਤਾ ਮਨੇ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਦੁਖ ਨਿਵਾਰਣ ਨਾਰਾਇਣ ਨਾਰਾਇਣ। ਦੁਖ ਨਿਵਾਰਣ ਨਾਰਾਇਣ ਨਾਰਾਇਣ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਦੀਨ ਦਇਆਲ ਜਗਦੀਸ਼ ਦਮੋਦਰ। ਦੀਨ ਦਇਆਲ ਜਗਦੀਸ਼ ਦਮੋਦਰ। ਹਰ ਅੰਤਰ ਜਾਮੀ ਗੋਬਿੰਦ।
ब्रह्म परमेश्वर स्वामी, पार ब्रह्म परमेश्वर स्वामी, दुख निवारण नारायण नारायण, पार ब्रह्म परमेश्वर स्वामी, पार ब्रह्म परमेश्वर स्वामी। ते निरभौ जिन श्री राम ध्याया, सरग पधा पग पद सदा पग पद सदा रे, सरग पद सदा रे सदा पा सदा पग पद पग रे गरे द सा, ते निरभौ जिन श्री राम ध्याया, ते निरभौ जिन श्री राम ध्याया, गुरमत मुरार हर मुकंदे, हर मुकंदे, हर मुकंदे, पार ब्रह्म परमेश्वर स्वामी, पार ब्रह्म परमेश्वर स्वामी, दुख निवारण नारायण नारायण, सगल भगत जांचै सुख सागर, सगल भगत जांचै सुख सागर, पवनिद तरण आर चिंता मने, चिंता मने, पार ब्रह्म परमेश्वर स्वामी, पार ब्रह्म परमेश्वर स्वामी। जगदीशर चरण शरण जो जगदीशर चरण शरण जो आए, जगदीशर चरण शरण जो आए, ते जन पवनित पार परे, ते जन पवनित पार परे, पार परे, पार परे, पार ब्रह्म परमेश्वर स्वामी, पार ब्रह्म परमेश्वर स्वामी।
ਜਾਂਚੈ ਸੁਖ ਸਾਗਰ ਸਗਲ ਭਗਤ ਜਾਂਚੈ ਸੁਖ ਸਾਗਰ ਭਵ ਨਿਧ ਤਰਣ ਹਰ ਚਿੰਤਾ ਮਨੇ ਚਿੰਤਾ ਮਨੇ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਭਗਤ ਜਨਾ ਕੀ ਪੈਰ ਰਾਖੈ ਭਗਤ ਜਨਾ ਕੀ ਪੈਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਭਗਤ ਜਨਾ ਕੀ ਪੈਰ ਰਾਖੈ ਭਗਤ ਜਨਾ ਕੀ ਪੈਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਕਿਰਪਾ ਕਰੇ ਕਿਰਪਾ ਕਰੇ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਣ ਨਾਰਾਇਣੇ ਨਾਰਾਇਣੇ ਹਾਂ ਦੁਖ ਨਿਵਾਰਣ ਨਾਰਾਇਣੇ ਨਾਰਾਇਣੇ ਸਗਲ ਭਗਤ ਜਾਂਚੈ ਸੁਖ ਸਾਗ ਭਵ ਨਿਧ ਤਰਣ ਹਰ ਚਿੰਤਾ ਮਨੇ ਚਿੰਤਾ ਮਨੇ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈ ਆਰਾਧੀਐ ਆਠ ਪੈ ਆਰਾਧੀਐ ਪੂਰਨ ਸਤਿਗੁਰ ਗਿਆਨ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਂ
ਸੋਈ ਸੁਹਾਵਾ ਥਾਂ ਜਮ ਕੰਕਰ ਨੇੜ ਨ ਆਵਈ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾ ਰਸਨਾ ਹਰ ਗੁਣ ਗਾ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀਐ ਆਠ ਪਹਿਰ ਆਰਾਧੀਐ ਆਠ ਪੈਰ ਆਰਾਧੀਐ ਪੂਰਨ ਸਤ ਗੁਰ ਗਿਆਨ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਵਾਹਿਗੁਰੂ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਂ ਵਾਹਿਗੁਰੂ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੈ ਆਰਾ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੈ ਆਰਾ ਓਟ ਤੇਰੀ ਜਗ ਜੀਵਨਾ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾ ਮੇਰੇ ਠਾਕੁਰ ਅਗਮ ਅਗਾ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀਐ ਆਠ ਪਹਿਰ ਆਰਾਧੀਐ ਆਠ ਪੈਰ ਆਰਾਧੀਐ ਪੂਰਨ ਸਤ ਗੁਰ ਗਿਆਨ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਪੈ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾ ਪੈ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾ ਤਤੀ ਵਾ ਨਾ ਲੱਗਈ ਤਤੀ ਵਾਓ ਨਾ ਲੱਗਈ
ਸਤਿਗੁਰ ਰਖੇ ਆਪ ਤਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾ ਚੌਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਏ ਦੁਖ ਲਗੇ ਨਾ ਪਾਈ ਦੁਖ ਲਗੇ ਨਾ ਪਾਈ ਤਤੀ ਵਾਓ ਨਾ ਲਗਈ ਪੈ ਕਿਰਪਾਲ ਗੁਸਾਈਆ ਨਠੇ ਸੋਖ ਸੰਤਾ ਪੈ ਕਿਰਪਾਲ ਗੁਸਾਈਆ ਨਠੇ ਸੋਖ ਸੰਤਾ ਤਤੀ ਵਾਓ ਨਾ ਲਗਈ ਤਤੀ ਵਾਓ ਨਾ ਲਗਈ ਸਤਿਗੁਰ ਰਖੇ ਆਪ ਸਤਿਗੁਰ ਰਖੇ ਆਪ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀਐ ਆਠ ਪਹਿਰ ਆਰਾਧੀਐ ਆਠ ਪੈਰ ਆਰਾਧੀਐ ਪੂਰਨ ਸਤਿਗੁਰ ਗਿਆਨ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਜਨ ਨਾਨਕ ਸਦ ਬਲਿਹਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀਐ ਆਠ ਪਹਿਰ ਆਰਾਧੀਐ ਆਠ ਪੈਰ ਆਰਾਧੀਐ ਪੂਰਨ ਸਤਿਗੁਰ ਗਿਆਨ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਵਾਹਿਗੁਰੂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਭੁਲ ਚੁੱਕ ਦੀ ਖਿਮਾ ਆਓ ਸਰਵਣ ਕਰੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੋਹਰਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ਼੍ਰੀ ਅੰਗਦ ਕੰਦਨ ਬਿਘਨ ਬਦਨ ਸੁਮੰਗਲ ਸਾਲ। ਪਰਣ ਸ਼ਰਨ ਕਰ ਚਰਨ ਕੋ ਨਮਸਕਾਰ ਧਰ ਭਾਲ। ਸ਼੍ਰੀ ਸਤਿਗੁਰ ਬਾਰ ਅਮਰ ਜੀ ਸ਼ਰਨ ਨਰਣ ਦੁਖ ਹਰਣ। ਕਾਰਣ ਕਰਨ ਸੁਜਾਨ ਮਨ ਨਮਸਕਾਰ ਤਿਨ ਚਰਨ। ਰਾਮਦਾਸ ਸੁਖ ਰਾਸ ਪ੍ਰਭ ਸੇਵਕ ਤਰਾਸ ਬਿਦਾਰ। ਪਗ ਪਰ ਮੋਰ ਪ੍ਰਣਾਮ ਹੈ ਪਰਣਾ ਸ਼ਰਨ ਵਿਚਾਰ। ਸ਼੍ਰੀ ਅਰਜਨ ਸਰੋਤਾ ਅਰਜ ਸਿਰਜਣ ਅਰਜ ਤਾਹੇ। ਲਰਜਿਤ ਜਮ ਜਿਨ ਨਾਮ ਤੇ ਬੰਧਉ ਤਿਨ ਜੁਗ ਪਾਏ। ਸ਼੍ਰੀ ਗੁਰੂ ਹਰਗੋਬਿੰਦ ਵਾਰ ਸਨਦ ਬਦ ਧਰ ਧਿਆਨ। ਬੰਦ ਦਉ ਕਰ ਬੰਦਨਾ ਸੁੰਦਰ ਦੁਤ ਮਦਿਨਾ। ਸ਼੍ਰੀ ਸਤਿਗੁਰ ਹਰਿ ਰਾਇ ਕੇ ਨਾਇ ਧਿਆਏ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ ਯਹ ਤੇ ਨਿਧ ਸਿਧ ਆਏ। ਦਰਸ਼ਨ ਸ਼੍ਰੀ ਹਰਿ ਕ੍ਰਿਸ਼ਨ ਕੋ ਨਿਪੁੰਨ ਹਰਣ ਜੁਰ ਤੀਨ। ਚਰਨ ਮਨੋਹਰ ਬੰਦਨਾ ਜਿਨ ਸਿੱਖਨ ਸੁਖ ਕੀਨਾ। ਤੇਗ ਬਹਾਦਰ ਧਰਮ ਤੁਜ ਹਰਤਾ ਤੁਰ ਕਨ ਮੂਲ। ਚਰਨ ਸ਼ਰਨ ਤਾਰਨ ਤਰਣ ਨਮ ਹੋਏ ਅਨਕੂਲ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਧਰਿ ਅਵਤਾਰ। ਖੰਡੇ ਖੰਡ ਪਖੰਡ ਜਿਉ ਤਿਉ ਮਮ ਬਿਘਨ ਨਿਵਾਰ। ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁ ਬਾਰ। ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁ ਬਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਸੰਧਿਆ ਵੇਲੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਬਾਣੀ ਦਾ ਬਹੁਤ ਹੀ ਰਸ ਪਿੰਡੜਾ ਕੀਰਤਨ ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਜੀ। ਤੇ ਚੱਲ ਰਹੀ ਲੜੀਵਾਰ ਕਥਾ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਜੀ ਦੀ
ਜਿਸ ਦੁਆਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 9ਵੀਂ ਜੋਤ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਮਹਾਰਾਜ ਜੀ ਸੱਚੇ ਪਾਤਸ਼ਾਹ ਅੱਜ ਦਾ ਹਰਿਆਣਾ ਅਤੇ ਉਸ ਸਮੇਂ ਦਾ ਪੰਜਾਬ ਸੀ, ਪੰਜਾਬ ਦੇ ਵਿੱਚ ਅਜੇ ਵਿਚਰ ਰਹੇ ਨੇ। ਸੱਚੇ ਪਾਤਸ਼ਾਹ ਬਾਰਨੇ ਨਗਰ ਦੇ ਵਿੱਚ ਜਦੋਂ ਗਏ, ਉੱਥੇ ਇੱਕ ਜ਼ਿਮੀਂਦਾਰ ਜਿਹੜਾ ਸੀ ਤਾਂ ਸਿੱਖ, ਪਰ ਤੰਬਾਕੂ ਪੀਣ ਦੀ ਇਸ ਨੂੰ ਆਦਤ ਸੀ। ਮਹਾਰਾਜ ਜੀ ਨੇ ਫਿਰ ਤੰਬਾਕੂ ਛੁਡਾਇਆ। ਕਹਿੰਦੇ ਤਾਂ ਜਗਤ ਝੂਠ ਹੈ, ਤੂੰ ਇਹਨੂੰ ਛੱਡ ਦੇਵੇਂਗਾ, ਤੇਰੇ ਘਰ ਵਿੱਚ ਅੰਨ ਧਨ ਦੁੱਧ ਦੀ ਕੋਈ ਕਮੀ ਨਹੀਂ ਰਹੇਗੀ। ਪਾਤਸ਼ਾਹ ਕਹਿੰਦੇ ਅਗਰ ਤੂੰ ਜਗਤ ਝੂਠ ਦਾ ਸੇਵਨ ਕਰੇਂਗਾ ਅਤੇ ਫਿਰ ਤੂੰ ਆਪਣੀ ਕੁੱਲ ਵੀ ਤਬਾਹ ਕਰ ਲੂੰਗਾ। ਮਹਾਰਾਜ ਦੇ ਬਚਨ ਬੜੇ ਕਰੜੇ ਹੋ ਗਏ। ਫਿਰ ਇਹਨੇ ਛੱਡ ਦਿੱਤਾ, ਇਹਨੇ ਸਭ ਕੁਝ ਛੱਡ ਦਿੱਤਾ ਸੀਗਾ। ਹੁਣ ਬਾਰਨੇ ਪਿੰਡ ਤੋਂ ਜਿਹੜੀ ਅਗਲੀ ਕਥਾ ਹੈ ਉਹ ਸਰਵਣ ਕਰਦੇ ਹਾਂ। ਗ੍ਰਾਮ ਬਾਰਨੇ ਤੇ ਗੁਰੂ ਕੀਨੋ ਅਗਰ ਪਿਆਨ, ਸੇਤ ਸਜਤ ਪੋਸ਼ਿਸ਼ ਮਹਾ ਸੇਤ ਤੁਰੰਗ ਸੁਜਾਨ। ਜਦੋਂ ਚਾਲੇ ਪਾਏ ਬਾਰਨੇ ਪਿੰਡ ਤੋਂ ਅਤੇ ਮਹਾਰਾਜ ਦਾ ਘੋੜਾ ਵੀ ਚਿੱਟਾ ਅਤੇ ਸਤਿਗੁਰੂ ਜੀ ਨੇ ਚੋਲਾ ਵੀ ਆਪਣਾ ਚਿੱਟਾ ਪਹਿਨਿਆ ਹੋਇਆ ਸੀ। ਬਾਰਨੇ ਤੋਂ ਚਾਲੇ ਪਾ ਦਿੱਤੇ ਨੇ। ਗਰ ਸ਼ਮਸ਼ੇਰ ਦੁਤੀਆ ਦਿਸ਼ ਭਾਥਾ, ਅਧਿਕ ਕਟੋਰ ਸਰਾਸਨ ਹਾਥਾ। ਹੁਣ ਸੋ ਰਾਹ ਪੈਂਡੇ ਦੇ ਵਿੱਚ ਵਿਚਰਨਾ, ਉਹ ਵੀ ਪੰਜਾਬ ਤੋਂ ਬਾਹਰ, ਹੁਣ ਵਿਦੇਸ਼ ਵਿੱਚ ਹਥਿਆਰ ਤਾਂ ਜ਼ਰੂਰ ਚਾਹੀਦੇ ਕੋਲ। ਮਹਾਰਾਜ ਪਾਤਸ਼ਾਹ ਜੀ ਨੇ ਵੱਡੀ ਸ੍ਰੀ ਸਾਹਿਬ ਗਲ ਪਹਿਨੀ ਹੋਈ ਅਤੇ ਦੂਸਰੇ ਮੋਢੇ 'ਤੇ ਸਤਿਗੁਰਾਂ ਨੇ ਤੀਰਾਂ ਦੇ ਨਾਲ ਭਰਿਆ ਹੋਇਆ ਪੱਥਾ ਉਹ ਲਟਕਾਇਆ ਹੋਇਆ। ਹੱਥ ਦੇ ਵਿੱਚ ਇੱਕ ਕਠੋਰ ਧਨੁੱਖ ਵੱਡਾ, ਉਹ ਮਹਾਰਾਜ ਨੇ ਪਕੜਿਆ ਹੋਇਆ। ਸਭ ਸਮਾਜ ਜੁਤ ਪੰਥ ਪਧਾਰੇ, ਨਗਰ ਥਨੇਸੁਰ ਆਏ ਅਗਾਰੇ। ਅਤੇ ਹੋਰ ਵੀ ਜਿਹੜੇ ਸਿੱਖ ਸਨ ਉਹਨਾਂ ਸਾਰਿਆਂ ਨੂੰ ਸ਼ਸਤਰ ਪਹਿਨਾਏ ਹੋਏ ਸੀ, ਤਦ ਕਰਕੇ ਕੋਈ ਕਿਸੇ ਕਿਸਮ ਦੀ ਕੋਈ ਮਾੜੀ ਹਰਕਤ ਕਰਨ ਦੀ ਜ਼ਰੂਰਤ ਹੀ ਨਾ ਕਰ ਸਕੇ। ਹੁਣ ਥਨੇਸਰ ਦੇ ਸਥਾਨ 'ਤੇ ਮਹਾਰਾਜ ਜੀ ਆ ਗਏ। ਖਾਸ਼ਟ ਕੋਸ ਤੋਂ ਮਗ ਉਲੰਘਾਏ, ਦੋਖਿਓ ਤੀਰਥ ਜੈ ਸੁਮੰਧਾਏ। ਬਾਰਨੇ ਪਿੰਡ ਤੋਂ 6 ਕੋਹ ਦੀ ਦੂਰੀ 'ਤੇ ਸੀ ਸਾਰਾ ਥਨੇਸਰ। ਉੱਥੇ ਜਦੋਂ ਮਹਾਰਾਜ ਪਹੁੰਚ ਕੇ ਦੇਖਿਆ ਇੱਥੇ ਤੀਰਥ ਹੈ ਅਤੇ ਲੋਕ ਬਹੁਤ ਇਕੱਠੇ ਹੋਏ ਨੇ ਅਤੇ ਹੁੰਦੇ ਜਾ ਰਹੇ ਨੇ, ਕਿਉਂਕਿ ਉਸ ਵੇਲੇ ਸੂਰਜ ਗ੍ਰਹਿਣ ਦਾ ਮੇਲਾ ਹੋਣ ਕਰਕੇ ਚਾਰੇ ਪਾਸਿਆਂ ਤੋਂ ਲੋਕ ਉੱਥੇ ਪਹੁੰਚ ਰਹੇ ਸੀ। ਭੀਰ ਨਰਨ ਕੀ ਘਨੀ ਸੁਆਵਤ, ਜੈ ਕੈ ਨਰ ਡੇਰਾ ਨਿਜ ਪਾਵਤ। ਲੋਕਾਂ ਦੀ ਭੀੜ ਜਮ੍ਹਾਂ ਹੁੰਦੀ ਜਾ ਰਹੀ ਸੀ ਅਤੇ ਜਿੱਥੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਸੀ ਉਹ ਆਪੋ ਆਪਣਾ ਡੇਰਾ ਪਾਈ ਜਾਂਦਾ ਸੀਗਾ। ਪਹੁੰਚੇ ਸਤਿਗੁਰ ਭਿਖੈ ਸੋ ਥਾਨ, ਹਿਤ ਉਤਰਨ ਕੇ ਕਰਨ ਇਸ਼ਨਾਨ। ਹੁਣ ਮਹਾਰਾਜ ਵੀ ਇਸ ਤੀਰਥ 'ਤੇ ਪਹੁੰਚ ਗਏ, ਜਗ੍ਹਾ ਲੱਭ ਰਹੇ ਨੇ ਵੀ ਅਸੀਂ ਕਿੱਥੇ ਆਪਣਾ ਡੇਰਾ ਕਰੀਏ, ਕਿਉਂਕਿ ਸਤਿਗੁਰੂ ਜੀ ਦੇ ਨਾਲ ਸੰਗਤ ਕਾਫੀ ਹੈ। ਇਸ਼ਨਾਨ ਵੀ ਕਰਨਾ, ਜਗ੍ਹਾ ਵੀ ਖੁੱਲ੍ਹੀ ਚਾਹੀਦੀ ਹੈ। ਇਹਦਾ ਕੰਢੇ ਕੰਢੇ 'ਤੇ ਮਹਾਰਾਜ ਤੀਰਥ ਦੇ ਕੰਢੇ ਕੰਢੇ 'ਤੇ ਹੋ ਰਹੇ। ਪੁਰਤੇ ਉੱਤਰ ਕੀ ਦਿਸ਼ ਗਏ, ਰਮੈ ਸਥਾਨ ਬਿਲੋਕਤ ਪਏ। ਥਨੇਸਰ ਤੋਂ ਉੱਤਰ ਦਿਸ਼ਾ ਵਾਲੇ ਪਾਸੇ ਮਹਾਰਾਜ ਗਏ ਅਤੇ ਉੱਥੇ ਸਤਿਗੁਰਾਂ ਨੂੰ ਇੱਕ ਖੁੱਲ੍ਹੀ ਜਗ੍ਹਾ ਮਿਲ ਗਈ, ਬਹੁਤ ਵਧੀਆ। ਸੁੰਦਰ ਤਸਾਰ ਸੁਤੀ ਬਰਸਲਿਤਾ, ਪਾਵਨ ਜਲ ਕਬ ਕਬ ਸ਼ੁਭ ਚਲਤਾ। ਉੱਥੇ ਸਰਸਵਤੀ ਜਿਹੜੀ ਨਦੀ ਹੈ ਉਹ ਬਹੁਤ ਸੁੰਦਰ ਵਗ ਰਹੀ ਹੈ, ਉਹਦਾ ਪਾਣੀ ਜਲ ਉਹਦਾ ਬੜਾ ਹੀ ਪਵਿੱਤਰ ਚੱਲਦਾ। ਤੇ ਸਥਾਨ ਤੀਰਥ ਅਭਿਰਾਮ, ਬਿਦਤ ਜਗਤ ਮੈਂ ਲਖੀਤ ਨਾਮ। ਸੋ ਇਹ ਸਥਾਨ ਤੀਰਥ ਸੰਸਾਰ ਦੇ ਵਿੱਚ ਬੜਾ ਪ੍ਰਸਿੱਧ ਸੀ। ਮਹਾਰਾਜ ਨੇ ਕਿਹਾ ਵੀ ਇੱਥੇ ਲਾਓ ਡੇਰਾ। ਤਿਸ ਕੇ ਤੀਰੋਂ ਉਤਰ ਥਲ ਟੋਰਾ,
ਧਰ ਪਰ ਖਰੇ ਭਏ ਤਜ ਘੋਰਾ। ਮਹਾਰਾਜ ਨੇ ਫਿਰ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਉਤਰੇ। ਉਹ ਤੀਰਥ ਦੇ ਉੱਤਰ ਦਿਸ਼ਾ ਵੱਲ, ਤੀਰਥ ਦੇ ਕੰਢੇ ਕੰਢੇ 'ਤੇ ਹੋਲਾ ਵਧੀਆ ਜਗ੍ਹਾ ਦੇਖ ਲਈ ਵੀ ਆਹ ਜਗ੍ਹਾ ਠੀਕ ਹੈ। ਸਭ ਨਰ ਆਏ ਸ਼ਿਵਰ ਲਗਾਇਓ, ਤ੍ਰਿਣੇ ਅਨਿਆਦਿਕ ਤਵੇ ਮਗਾਇਓ। ਮਹਾਰਾਜ ਨੇ ਜਦੋਂ ਦੇਖਿਆ, ਸੱਚੇ ਪਾਤਸ਼ਾਹ ਜੀ ਨੂੰ ਉਤਰਿਆ ਵੇਖਿਆ, ਅਤੇ ਨਾਲ ਦੀ ਜਿੰਨੀ ਸੰਗਤ ਹੈ ਉਹ ਵੀ ਸਾਰੀ ਉੱਥੇ ਆਣ ਕੇ ਉਤਰ ਗਏ। ਡੇਰਾ ਉੱਥੇ ਲਾ ਲਿਆ ਅਤੇ ਫਿਰ ਪਸ਼ੂਆਂ ਵਾਸਤੇ ਪੱਠਿਆਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਜੀ। ਜਿੱਥੇ ਡੇਰਾ ਲਾਉਂਦੇ ਪਹਿਲੋਂ ਜਿਹੜੇ ਪਸ਼ੂ ਸੀ ਉਹਨਾਂ ਵਾਸਤੇ ਘਾਹ ਪੱਠੇ ਦਾ ਪ੍ਰਬੰਧ ਕੀਤਾ ਜਾਂਦਾ। ਉਸ ਤੋਂ ਬਾਅਦ ਫਿਰ ਲੰਗਰ ਸਜਾਉਂਦੇ ਹੁੰਦੇ ਸੀ ਮਹਾਰਾਜ। ਨਿਸਾ ਬਾਸ ਕੋ ਸਤਿਗੁਰ ਕਰ ਕੈ, ਰਹੀ ਜਾਮ ਜਾਗਤਰ ਕੋ ਧਰ ਕੈ। ਸੋ ਰਾਤ ਨੂੰ ਵਿਸ਼ਰਾਮ ਕੀਤਾ। ਜਦੋਂ ਇੱਕ ਪਹਿਰ ਰਾਤ ਰਹਿ ਗਈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਰੂਟੀਨ ਦੇ ਮੁਤਾਬਕ ਉੱਠੇ ਨੇ, ਸਾਵਧਾਨ ਹੋਏ। ਸ਼ੌਚ ਇਸ਼ਨਾਨ ਕੀਨ ਪੁਨ ਧਿਆਨੂੰ, ਬੈਠੇ ਰਹੇ ਉਦਿਓ ਪੁਨ ਭਾਨੂੰ। ਇਸ਼ਨਾਨ ਕੀਤਾ, ਧਿਆਨ ਵਿੱਚ ਬੈਠੇ। ਜਿੰਨਾ ਚਿਕਰ ਸੂਰਜ ਜਿਹੜਾ ਚੜ੍ਹ ਨਹੀਂ ਗਿਆ ਉਹਨਾਂ ਚਿਕਰ ਮਹਾਰਾਜ ਪਾਤਸ਼ਾਹ ਫਿਰ ਧਿਆਨ 'ਚ ਨਿਜ ਸਰੂਪ ਦੇ ਵਿੱਚ ਜੁੜੇ ਰਹੇ। ਸੁਧ ਮੇਲੇ ਮੈਂ ਜੈ ਕੈ ਹੋਈ, ਦੇਖਣ ਕਾਰਨ ਚੈ ਚਿਤ ਸੋਈ। ਥਨੇਸਰ ਦੇ ਮੇਲੇ ਵਿੱਚ ਜਿੰਨੇ ਲੋਕ ਆਏ ਸੀ ਨਾ, ਸਾਰਿਆਂ 'ਚ ਖਬਰ ਫੈਲ ਗਈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨੌਵੀਂ ਜੋਤ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਲੇ ਵਿੱਚ ਆਏ ਹੋਏ ਨੇ। ਅਤੇ ਫਿਰ ਬਹੁਤੀਆਂ ਸੰਗਤਾਂ ਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਮੜ ਪਈਆਂ। ਆਏ ਬਿਲੋਕਤ ਪਾਵਨ ਦਰਸ਼ਨ, ਸ਼ੀਸ਼ ਨਿਵਾਏ ਕਰਹਿ ਪਗ ਪਰਸ਼ਨ। ਵੀ ਚਲੋ ਦਰਸ਼ਨ ਕਰੀਏ। ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਮਹਾਰਾਜ ਦੇ ਚਰਨਾਂ ਦੇ ਉੱਤੇ ਮੱਥਾ ਟੇਕਦੀਆਂ। ਸੰਗਤਾਂ ਦੀ ਭੀੜ ਬਹੁਤ ਜਮ੍ਹਾਂ ਹੋਣ ਲੱਗ ਪਈ। ਕਹਿ ਪੈ ਦੁਆਇ ਕਾਜ ਭੁਲੇਰੇ, ਮੱਜਨ ਕਰਨ ਅਪਰ ਗੁਰ ਹੇਰੇ। ਹੁਣ ਉੱਥੇ ਜੋ ਲੋਕ ਨੇ ਕਹਿ ਰਹੇ ਨੇ ਵੀ ਐਤਕੀ ਨਾ ਤੀਰਥ ਦਾ ਬੜਾ ਮਹੱਤਵ ਮਿਲ ਰਿਹਾ। ਦੋ ਕੰਮ ਹੋ ਰਹੇ ਨੇ, ਇੱਕ ਤਾਂ ਤੀਰਥ ਵਿੱਚ ਇਸ਼ਨਾਨ ਕਰ ਜਾਂਦੇ, ਦੂਸਰਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਪ੍ਰਾਪਤ ਹੋ ਰਹੇ ਨੇ। ਜਿਉਂ ਜਿਉਂ ਸੁਣੈ ਸਿੱਖ ਵਿੱਚ ਮੇਲੇ, ਤਿਉਂ ਤਿਉਂ ਆਵਤ ਬ੍ਰਿੰਦ ਸਕੇਲੇ। ਜਿਵੇਂ ਜਿਵੇਂ ਮੇਲੇ ਦੇ ਵਿੱਚ ਇਹ ਗੱਲ ਪਸਰਦੀ ਜਾ ਰਹੀ ਹੈ ਕਿ ਮੇਲੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਆਏ ਹੋਏ ਨੇ, ਅਤੇ ਸੰਗਤਾਂ ਜਿਹੜੀ ਵੀ ਸੰਗਤ ਸੁਣਦੀ ਹੈ ਉਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀ ਹੈ। ਫਿਰ ਬੰਦਨ ਕਰੈ ਚਹੁੰਦ ਸ਼ਿਖਰੇ, ਬੈਠੇ ਬ੍ਰਿੰਦ ਸਭਾ ਕੋ ਭਰੇ। ਬਸ ਚਾਰੇ ਪਾਸਿਆਂ ਤੋਂ ਸਤਿਗੁਰੂ ਜੀ ਨੂੰ ਨਮਸਕਾਰਾਂ ਸੰਗਤਾਂ ਕਰਦੀਆਂ, ਅਤੇ ਸੰਗਤ ਆ ਬਹੁਤ ਗਈ, ਬੈਠਣ ਨੂੰ ਜਗ੍ਹਾ ਨਾ, ਸਾਰੀ ਸਭਾ ਭਰ ਗਈ। ਹਾਲਾਂਕਿ ਮਹਾਰਾਜ ਜੀ ਨੇ ਖੁੱਲ੍ਹੀ ਜਗ੍ਹਾ ਵੇਖੀ ਸੀ, ਖੁੱਲ੍ਹੀ ਜਗ੍ਹਾ ਵੇਖ ਕੇ ਡੇਰਾ ਲਾਇਆ ਸੀ, ਪਰ ਉਹ ਵੀ ਜਗ੍ਹਾ ਸਾਰੀ ਭਰ ਗਈ। ਇਸ ਕਰਕੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਉਹ ਖੜ੍ਹ ਕੇ ਦਰਸ਼ਨ ਕਰਦੇ ਮਹਾਰਾਜ ਪਾਤਸ਼ਾਹ ਜੀ ਦੇ। ਜਿਸ ਦਿਸ਼ ਪ੍ਰੇਰਿਤ ਦ੍ਰਿਸ਼ਟ ਗੁਸਾਈ, ਅਨਕ ਨਰਨ ਪਰਸੈ ਸੁਭਾਈ। ਅਤੇ ਮਹਾਰਾਜ ਜਦੋਂ ਸੰਗਤਾਂ ਵੱਲ ਕਿਰਪਾ ਭਰੀ ਨਿਗਾਹ ਦੇ ਨਾਲ ਜਦੋਂ ਤੱਕਦੇ ਨਾ, ਜਿੱਧਰਲੇ ਪਾਸੇ ਨੂੰ ਵੀ ਮਹਾਰਾਜ ਇੱਦਾਂ ਤੱਕਦੇ। ਤਿਸ ਦਿਸ਼ ਨਮਰ ਸੀਸ ਗਨ ਹੋਵੈ, ਭਰੇ ਪ੍ਰੇਮ ਠਾਂਡੇ ਸਭ ਜੋਵੈ। ਉੱਧਰਲੀਆਂ ਸਾਰੀਆਂ ਸੰਗਤਾਂ ਦੇ ਸਿਰ ਝੁਕ ਜਾਂਦੇ ਜੀ, ਇਹ ਮਹਾਰਾਜ ਨੇ ਸਾਡੀ ਵੱਲ ਨੂੰ ਵੇਖਿਆ ਅਤੇ ਹੁਣ ਅਸੀਂ ਮੱਥਾ ਟੇਕ ਦਈਏ। ਤਦ ਕਰਕੇ ਸਾਡਾ ਮੱਥਾ ਟੇਕਿਆ ਪ੍ਰਵਾਨ ਹੋ ਜਾਵੇ। ਗੁਰ ਕੋ ਫੈਲਿਓ ਸੁਜਸ ਵਿਸ਼ੇਖਾ, ਸੁਨ ਕਿਨ ਰੂਪ ਪ੍ਰਥਮ ਹੀ ਦੇਖਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਸੀ ਨਾ, ਉਹ ਸਾਰੇ ਪਾਸੇ ਥਨੇਸਰ ਦੇ ਤੀਰਥ ਦੇ ਫੈਲਦਾ ਜਾ ਰਿਹਾ। ਬਹੁਤੀਆਂ ਸੰਗਤਾਂ ਐਸੀਆਂ ਸੀਗੀਆਂ ਜਿਨ੍ਹਾਂ ਨੇ ਪਹਿਲੋਂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੀ ਨਹੀਂ ਸੀ ਕੀਤੇ, ਨਾਲੇ ਮਹਾਰਾਜ ਪਾਤਸ਼ਾਹ ਜੀ ਤਾਂ ਸਫ਼ਰ 'ਚ ਨਿਕਲੇ ਹੀ ਨਹੀਂ। ਕਿੰਨਾ ਬਹੁਤ ਲੰਬਾ ਸਮਾਂ ਪਹਿਲੋਂ ਤਾਂ ਬਾਬੇ ਬਕਾਲੇ ਦੀ ਧਰਤੀ 'ਤੇ ਰਹੇ, ਫਿਰ ਜੇ ਉੱਥੋਂ ਨਿਕਲੇ ਹੀ ਆ ਤਾਂ ਅਨੰਦਪੁਰ ਸਾਹਿਬ ਆਏ ਮਹਾਰਾਜ ਮੱਖਣ ਸ਼ਾਹ ਦੇ ਨਾਲ। ਅਤੇ ਹੁਣ ਇਹ ਪਹਿਲੀ ਯਾਤਰਾ ਸਤਿਗੁਰੂ ਜੀ ਦੀ ਪੂਰਬ ਵਾਲੇ ਪਾਸੇ। ਇਸ ਕਰਕੇ ਬਹੁਤੀਆਂ ਸੰਗਤਾਂ ਨੇ ਜਿਨ੍ਹਾਂ ਨੇ ਨਾਂ ਤਾਂ ਸੁਣਿਆ ਹੋਇਆ ਸੀਗਾ ਅਤੇ ਮਹਾਰਾਜ ਦੇ ਦਰਸ਼ਨ ਨਹੀਂ ਸੀ ਕੀਤੇ। ਬੂਝੈ ਭਨੇ ਪਰਸ ਪਰ ਕਈ, ਸ਼੍ਰੀ ਨਾਨਕ ਗਾਦੀ ਭਰੇ। ਇੱਕ ਦੂਜੇ ਨੂੰ ਪੁੱਛਦੀਆਂ ਸੰਗਤਾਂ ਵੀ ਇਹੋ ਹੈ,
ਜਿਹੜੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਨੇ, ਗੁਰੂ ਤੇਗ ਬਹਾਦਰ ਜੀ, ਇਹਨਾਂ ਦਾ ਨਾਂ ਆ। ਕਹਿੰਦੇ ਸਕਲ ਕਲਾ ਸਮਰੱਥ ਗੁਰਦੇਵ, ਰੀਝੈ ਹਰ ਪ੍ਰੇਮ ਕੀ ਸੇਵ। ਕਹਿੰਦੇ ਹਾਂਜੀ ਇਹੀ ਹੈ, ਇਹ ਆ ਸਰਬ ਕਲਾ ਸਮਰੱਥ। ਤੇ ਆਪਣੇ ਸੇਵਕਾਂ ਉੱਤੇ ਰੀਝਦੇ ਨੇ, ਜਿਹੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਉਹਨਾਂ ਦੀ ਸੇਵਾ ਦੇ ਉੱਤੇ ਰੀਝ ਜਾਂਦੇ ਨੇ। ਕਰੈ ਨਿਹਾਲ ਸ਼ਕਤ ਕੇ ਦਾਨੀ, ਦੋਹੂ ਲੋਕ ਮੈਂ ਸੰਕਟ ਹਾਨੀ। ਇੱਕ ਤਾਂ ਸ਼ਕਤੀਆਂ ਦੇ ਵੀ ਦਾਤਾ ਨੇ, ਕਹਿੰਦਾ ਦਾਤ ਦੇਣੀ, ਇਹ ਤਾਂ ਸ਼ਕਤੀਆਂ ਵੀ ਦੇਣੇ ਵਾਲੇ ਨੇ, ਸ਼ਕਤੀਆਂ ਦੇ ਦਾਤੇ ਨੇ ਕਹਿੰਦੇ। ਤੇ ਇਹ ਦੋਨਾਂ ਲੋਕਾਂ ਦੇ ਵਿੱਚ ਸੰਕਟਾਂ ਨੂੰ ਦੂਰ ਕਰਨੇ ਵਾਲੇ ਨੇ, ਆਪਣੇ ਸੇਵਕਾਂ ਦੇ ਲੋਕ ਪਰਲੋਕ ਰੱਖਿਅਕ ਹਨ। ਇਤਿਆਦਿਕ ਮਹਿਮਾ ਕੋ ਕਹੈ, ਇਕ ਆਵਤ ਇਕ ਜਾਵਤ ਲਹੈ। ਇੰਝ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੰਗਤਾਂ ਕਰਦੀਆਂ ਇੱਕ ਦੂਜੇ ਦੇ ਨਾਲ, ਤੇ ਮਹਾਰਾਜ ਦੀ ਮਹਿਮਾ ਇੱਕ ਦੂਜੇ ਦੇ ਮੁਖ ਤੋਂ ਗਾਹਾਂ ਤੇ ਗਾਹਾਂ ਫੈਲਦੀ ਗਈ। ਹੁਣ ਸੰਗਤਾਂ ਇੱਕ ਆ ਰਹੀਆਂ ਜਾ ਰਹੀਆਂ, ਉੱਥੇ ਬੈਠਣ ਨੂੰ ਜਗ੍ਹਾ ਨਹੀਂ। ਇਸ ਕਰਕੇ ਸੰਗਤਾਂ ਨੂੰ ਬੇਨਤੀ ਕਰਦੇ ਨੇ ਵੀ ਜਿਹਨੇ ਦਰਸ਼ਨ ਕਰ ਲੈ ਤੇ ਉਹ ਹੁਣ ਜਾਓ। ਤੇ ਕਿਹਦਾ ਦਿਲ ਕਰਦਾ ਉੱਥੋਂ ਜਾਣ ਨੂੰ, ਪਰ ਉੱਥੇ ਦੂਸਰੀਆਂ ਸੰਗਤਾਂ ਨੂੰ ਵੀ ਚਾਹੀਦੀ ਜਗ੍ਹਾ, ਚਾਹੀਦੀ ਦਰਸ਼ਨ ਕਰਨ ਵਾਸਤੇ ਤਾਂ ਜਗ੍ਹਾ ਚਾਹੀਦੀ ਨਾ, ਮੱਥਾ ਟੇਕਣ ਲਈ। ਇਸ ਕਰਕੇ ਫਿਰ ਸੰਗਤਾਂ ਜਿਹੜੀਆਂ ਦਰਸ਼ਨ ਕਰਕੇ ਅੱਗੇ ਜਾ ਰਹੀਆਂ ਨੇ। ਇਸ ਵਿਦ ਦੇ ਦਰਸ਼ਨ ਗੁਰ ਧੀਰ, ਭਰੀ ਰਹਿ ਸਭ ਬਸਰ ਵੀਰ। ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਧੀਰਜਵਾਨ ਸੰਗਤਾਂ ਨੂੰ ਇੰਝ ਦਰਸ਼ਨ ਦਿੰਦੇ। ਪੂਰਾ ਦਿਨ ਸੰਗਤਾਂ ਦਾ ਬਹੁਤ ਭਾਰੀ ਉੱਥੇ ਇਕੱਠ ਰਹਿੰਦਾ ਦਰਸ਼ਨ ਕਰਨੇ ਵਾਲਿਆਂ ਦਾ। ਕੇਤਿਕ ਸੰਤ ਸਕਲ ਮਤ ਕੇਰੇ, ਮਿਲੈ ਬਿਠਾਵਨ ਤਿਨ ਕੋ ਨੇਰੇ। ਹੁਣ ਜਿਹੜੇ ਸਾਧੂ ਆਉਂਦੇ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਨ, ਕਈ ਮੱਤਾਂ ਦੇ ਸਾਧ ਸਮੂਹ ਅਨੇਕ ਮਤੀ ਕੇ ਦਸਵੇਂ ਪਾਤਸ਼ਾਹ ਜੀ ਵੀ ਕਹਿੰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਸਿਰਫ ਭੇਖ ਵੇਖਦੇ ਵੀ ਸਾਧੂ ਆ, ਕਿਸੇ ਦਾ ਮੱਤ ਨਹੀਂ ਵੇਖਦੇ। ਤੇ ਉਹਨਾਂ ਨੂੰ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾ ਦਿੰਦੇ ਸੀ। ਕੋਈ ਸੰਤਾਂ ਦੀ ਮੰਡਲੀ ਆ ਗਈ, ਜਿਹੜੇ ਸਾਧੂ ਸੀ ਭ੍ਰਮਣ ਕਰਨੇ ਵਾਲੇ, ਉਹ ਵੀ ਮੰਡਲੀਆਂ 'ਚ ਭ੍ਰਮਣ ਕਰਦੇ। ਇੱਕ ਜਾਂ ਦੋ ਨਹੀਂ, ਘੱਟੋ ਘੱਟ 15, 20, 25 ਇਹਦਾ ਟੋਲਾ, 40, 50 ਦਾ ਵੀ ਟੋਲਾ ਹੁੰਦਾ ਸੀ। ਮੰਡਲੀਆਂ 'ਚ ਭ੍ਰਮਣ ਕਰਦੇ ਹੁੰਦੇ ਸੀ। ਤੇ ਮੰਡਲੀ ਦੇ ਵਿੱਚ ਭ੍ਰਮਣ ਕਰਨਾ ਉਹ ਸੌਖਾ, ਇੱਕ ਦੂਜੇ ਦਾ ਸਾਥ ਜਿਹੜਾ ਉਹ ਨਿਭਾਇਆ ਜਾਂਦਾ, ਫਿਰ ਸਫ਼ਰ ਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ। ਸੋ ਜਿਹੜੀ ਵੀ ਸਾਧੂ ਦੀ ਮੰਡਲੀ ਆਉਂਦੀ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਆਦਰ ਦਿੰਦੇ, ਕੋਲ ਬਿਠਾਲਦੇ। ਸ਼ੁਭ ਸੰਵਾਦ ਸ਼ਾਂਤ ਕੀ ਕਰੈ, ਜਿਸ ਤੇ ਸ਼੍ਰੀ ਪ੍ਰਭ ਕਰੁਣਾ ਢਰੈ। ਫਿਰ ਉਹਨਾਂ ਨੂੰ ਮਹਾਰਾਜ ਕਹਿੰਦੇ ਵੀ ਹੁਣ ਇੰਝ ਕਰੋ, ਰੱਬ ਦੇ ਘਰ ਦੀ ਗੱਲ ਸੁਣਾਓ। ਉਹਨਾਂ ਨੂੰ ਕਹਿੰਦੇ ਸੰਵਾਦ, ਉਹ ਵੀ ਸ਼ਾਂਤ ਰਸ ਵਿੱਚ, ਵਾਦ ਵਿਵਾਦ ਨਹੀਂ ਚਾਹੀਦਾ। ਸੰਵਾਦ ਹੋਵੇ, ਸੰਵਾਦ ਵਿੱਚ ਹੁੰਦਾ ਵੀ ਸਵਾਲ ਵੀ ਕਰਨਾ ਤੇ ਉੱਤਰ ਵੀ ਦੇਣਾ, ਸਵਾਲ ਵੀ ਸੁਣਨਾ, ਉੱਤਰ ਦੇਣਾ, ਸਵਾਲ ਕਰਨਾ, ਉੱਤਰ ਲੈਣਾ। ਸੋ ਇਹ ਸੰਵਾਦ ਹੈ। ਉਹਦੇ 'ਚ ਇਹ ਨਹੀਂ ਵੀ ਅਗਲੇ ਨੂੰ ਗੱਲਾਂ ਹੀ ਨਹੀਂ ਕਰਨ ਦੇਣੀ, ਅਗਲੇ ਨੂੰ ਬੋਲਣ ਹੀ ਨਹੀਂ ਦੇਣਾ, ਆਪਣੀ ਝੂਠੀ ਗੱਲ ਨੂੰ ਵੀ ਕਹਿਣਾ ਮੈਂ ਸੱਚ ਹਾਂ। ਜੇ ਦਲੀਲ ਦੇ ਨਾਲ ਕਿਸੇ ਨੇ ਗੱਲ ਕਰ ਦਿੱਤੀ ਤੇ ਉਸ ਨੂੰ ਮੰਨ ਜਾਣਾ, ਇੱਦਾਂ ਸੰਵਾਦ। ਮਹਾਰਾਜ ਕਹਿੰਦੇ ਸੰਵਾਦ ਕਰਨਾ ਸ਼ਾਂਤ ਰਸ ਦੇ ਵਿੱਚ। ਤੇ ਜਿਸ ਦੇ ਬਚਨਾਂ ਦੇ ਵਿੱਚ ਸੱਤ ਹੁੰਦਾ ਸੀ ਨਾ, ਰੱਬ ਦੀ ਗੱਲ ਸੋਹਣੇ ਤਰੀਕੇ ਦੇ ਨਾਲ ਜਿਹੜਾ ਕਰਦਾ ਸੀ, ਜਾਂ ਐਸੇ ਵੀ ਹੁੰਦੇ ਸੀ ਜਿਨ੍ਹਾਂ ਦੇ ਕੋਲ ਗਿਆਨ ਤਾਂ ਹੈ, ਸੱਤ ਦਾ ਗਿਆਨ ਤਾਂ ਹੈ, ਪਰ ਉਹਦਾ ਵਿਖਿਆਨ ਨਹੀਂ ਸੀ ਕਰ ਸਕਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਕਿਰਪਾ ਕਰਦੇ ਤੇ ਉਹਨੂੰ ਵਿਖਿਆਨ ਕਰਨ ਵਾਸਤੇ ਤਾਕਤ ਦਿੰਦੇ ਮਹਾਰਾਜ। ਵੀ ਇਹਦੇ ਕੋਲ ਗਿਆਨ ਹੈ ਤੇ ਇਹਨੂੰ ਹੁਣ ਵਿਖਿਆਨ ਕਰਨ ਦੀ ਤਾਕਤ ਦੀ, ਤਦ ਕਰਕੇ ਗੱਲ ਨੂੰ ਦੱਸ ਤਾਂ ਸਕੇ। ਇੱਦਾਂ ਸੰਵਾਦ ਮਹਾਰਾਜ ਸਾਧੂਆਂ ਦਾ ਕਰਾਉਂਦੇ। ਸੁਨ ਸੁਨ ਧਨ ਧਨ ਕਹਿ ਜਾਤ, ਕਰੈ ਸਰਾਹਨ ਕੀ ਬਹੁ ਬਾਤ। ਫਿਰ ਜਦੋਂ ਆਪਸ ਵਿੱਚ ਉਹ ਸੰਵਾਦ ਕਰਦੇ ਕਰਦੇ ਕਿਸੇ ਗੱਲ 'ਤੇ ਅਟਕ ਜਾਂਦੇ, ਕਿਸੇ ਗੱਲ 'ਤੇ ਉਹ ਤਸੱਲੀ ਨਾ ਕਰ ਸਕਦੇ, ਨਾ ਤਾਂ ਜਵਾਬ ਦੇਣੇ ਵਾਲਾ ਨਾ ਸਵਾਲ ਕਰਨੇ ਵਾਲਾ, ਤਸੱਲੀ ਨਾ ਕਰ ਸਕਦੇ ਇੱਕ ਦੂਜੇ ਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਦੀ ਤਸੱਲੀ ਕਰਾਉਂਦੇ ਵੀ ਜੋ ਸਹੀ ਅਰਥ ਹੁੰਦਾ ਹੈ ਨਾ, ਜੋ ਸਹੀ ਸਵਾਲ ਦਾ ਉੱਤਰ ਹੁੰਦਾ ਉਹ ਦਿੰਦੇ। ਉਹ ਸਾਰੇ ਸਾਧੂ ਬੜੇ ਧੰਨ ਧੰਨ ਕਰਦੇ ਵੀ ਸਾਨੂੰ ਪਤਾ ਹੀ ਨਹੀਂ ਸੀਗਾ।
ਹੁਣ ਬਾਣੀ ਦੇ ਬਹੁਤੇ ਅਰਥ ਐਸੇ ਨੇ, ਆਪਾਂ ਰੋਜ਼ ਜੋ ਨਿਤਨੇਮ ਦੀ ਬਾਣੀ ਕਰਦੇ ਹਾਂ, ਰੋਜ਼ ਉਂਝ ਤਾਂ ਸਾਰੀ ਬਾਣੀ ਦੇ ਤਾਂ ਅਰਥਾਂ ਦਾ ਬੜਾ ਭਾਰੀ ਗੋਝ ਹੈ। ਨਿਤਨੇਮ ਦੀ ਜਿਹੜੀ ਬਾਣੀ ਹੈ, ਸੋ ਜਦੋਂ ਸਾਨੂੰ ਉਹਦੇ ਅਰਥਾਂ ਦਾ ਅੰਦਰਲਾ ਬ੍ਰਹਮ ਦਾ ਗਿਆਨ ਆਉਂਦਾ, ਅੰਦਰਲੇ ਅਰਥਾਂ ਦਾ ਪਤਾ ਲੱਗਦਾ, ਹੈਰਾਨ ਰਹਿ ਜੀਦਾ ਵੀ ਹੈ ਇਹਦੇ ਇਹ ਵੀ ਅਰਥ ਬਣਦੇ ਪਏ ਹੈ। ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਹੀ ਜਿਹੜੀਆਂ ਵੇਦਾਂ ਦੀਆਂ ਰਿਚਾਵਾਂ ਪੜ੍ਹਦੇ ਨੇ, ਜੋ ਵੀ ਧਾਰਮਿਕ ਪੋਥੀ, ਧਾਰਮਿਕ ਗ੍ਰੰਥ, ਕੋਈ ਗੀਤਾ ਪੜ੍ਹਨੇ ਵਾਲਾ, ਕੋਈ ਵੇਦ ਪੜ੍ਹਨੇ ਵਾਲਾ, ਅਤੇ ਉਹਨਾਂ ਨੂੰ ਮਹਾਰਾਜ ਜਦੋਂ ਪੁੱਛਦੇ ਵੀ ਦੱਸੋ ਤੁਸੀਂ ਕੀ ਸਮਝਿਆ, ਇਹਦਾ ਅਰਥ ਕੀ ਆ, ਜਦੋਂ ਮਹਾਰਾਜ ਅਰਥ ਦੱਸਦੇ ਸੱਚੇ ਪਾਤਸ਼ਾਹ ਹੈਰਾਨ ਹੋ ਜਾਂਦੇ, ਹੈਰਾਨ ਹੋ ਜਾਂਦੇ। ਫਿਰ ਉਹ ਉਸਤਤੀ ਕਰਦੇ ਮਹਾਰਾਜ ਜੀ, ਕੇਤਿਕ ਸਾਧ ਨਿਮਰਤਾ ਧਰੈ, ਸ਼੍ਰੀ ਗੁਰੂ ਸਾਥ ਬੂਝਬੋ ਕਰੈ। ਹੁਣ ਇੰਨੀ ਖਿੱਚ ਹੋ ਗਈ ਉਹਨਾਂ ਸਾਧੂਆਂ ਦੀ, ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰਗੁਣ ਸਰੂਪ ਅਤੇ ਨਿਰਗੁਣ ਸਰੂਪ। ਨਿਰਗੁਣ ਸਰੂਪ ਮਹਾਰਾਜ ਦਾ ਗਿਆਨ, ਨਿਰਗੁਣ ਸਰੂਪ ਸੀਗਾ। ਬੜੀ ਖਿੱਚ ਹੋ ਗਈ ਅਤੇ ਉਹ ਚਾਹੁੰਦੇ ਨੇ ਵੀ ਅਸੀਂ ਵੱਧ ਤੋਂ ਵੱਧ ਲਾਹਾ ਲਈਏ ਮਹਾਰਾਜ ਦੇ ਦਰਸ਼ਨਾਂ ਦਾ, ਸਤਿਗੁਰੂ ਜੀ ਦੇ ਬਚਨਾਂ ਦਾ। ਮਹਾਰਾਜ ਤੋਂ ਬ੍ਰਹਮ ਗਿਆਨ ਅਸੀਂ ਹੋਰ ਵੱਧ ਤੋਂ ਵੱਧ ਲਈਏ। ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਵੀ ਹੁਣ ਮੌਕਾ ਬਣਿਆ, ਜਿਹੜੀ ਗੱਲ ਸਾਨੂੰ ਨਹੀਂ ਪਤਾ ਲੱਗਦੀ ਆਪਾਂ ਇਹਨਾਂ ਨੂੰ ਪੁੱਛ ਸਕਦੇ ਹਾਂ ਵੀ ਇਹਨਾਂ ਦੇ ਕੋਲ ਵੱਧ ਤੋਂ ਵੱਧ ਸਮਾਂ ਰਹਿ ਕੇ ਲਾਹਾ ਲਈਏ। ਪੁੱਛਦੇ ਨੇ ਮਹਾਰਾਜ ਨੂੰ ਸਵਾਲ ਬੜੀ ਨਿਮਰਤਾ ਦੇ ਨਾਲ, ਪ੍ਰਭ ਜੀ ਇਹ ਮੇਲਾ ਕਰਿਆ ਛੇ, ਬਾਹਰ ਗਮਨ ਕੋ ਕਿਤ ਦਿੱਤੇ ਆਛੇ। ਮਹਾਰਾਜ ਜੀ ਇਹ ਮੇਲਾ ਜਦੋਂ ਸੰਪੂਰਨ ਹੋ ਗਿਆ ਨਾ ਥਨੇਸਵਰ ਦਾ, ਉਸ ਤੋਂ ਬਾਅਦ ਫਿਰ ਕਿੱਧਰ ਨੂੰ ਜਾਣ ਦੀ ਇੱਛਾ। ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤਾਂ ਤੀਰਥਾਂ 'ਤੇ ਇਸ ਕਰਕੇ ਆਏ ਵੀ ਤੀਰਥਾਂ 'ਤੇ ਲੋਕ ਇਕੱਠੇ ਬੜੇ ਹੁੰਦੇ ਆ, ਲੋਕਾਂ ਨੂੰ ਉਪਦੇਸ਼ ਦੇਣ ਦੇ ਵਿੱਚ ਬੜੀ ਮੌਜ ਰਹਿੰਦੀ। ਉਪਦੇਸ਼ ਦੇਣਾ ਤਾਂ ਲੋਕ ਤਾਂ ਇਕੱਠੇ ਕਰਨੇ ਪੈਣੇ ਨਾ, ਸੋ ਇਸ ਕਰਕੇ ਤੀਰਥਾਂ 'ਤੇ ਪਹਿਲਾਂ ਹੀ ਇਕੱਠੇ ਹੋਏ ਹੁੰਦੇ ਵੀ ਉਹਨਾਂ ਨੂੰ ਉਪਦੇਸ਼ ਦੇਣਾ ਮਹਾਰਾਜ ਨੇ। ਅਤੇ ਸੱਚ ਦੀ ਗੱਲ ਤਾਂ ਸਾਰਿਆਂ ਨੂੰ ਚੰਗੀ ਲੱਗਦੀ। ਜਿਹੜੇ ਧਾਰਮਿਕ ਨੇ ਉਹਨਾਂ ਨੂੰ ਜਿਹੜੀ ਸੱਚ ਦੀ ਗੱਲ ਹੁੰਦੀ ਨਾ, ਸੋ ਧਰਮ ਜਿਹੜਾ ਮਰਜ਼ੀ ਹੋਵੇ ਪਰ ਉਹਨੂੰ ਸੱਚ ਦੀ ਗੱਲ ਚੰਗੀ ਲੱਗਦੀ। ਇੰਝ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਸੋ ਇੱਥੇ ਸੂਰਜ ਗ੍ਰਹਿਣ 'ਤੇ ਗਰੀਬ ਨਵਾਜ਼ ਮਹਾਰਾਜ ਉੱਥੇ ਅਟ ਕੇ ਉਹ ਹੁਣ ਪੁੱਛਦੇ ਤੁਸੀਂ ਇੱਥੇ ਕਿੰਨਾ ਮੇਲੇ ਤੋਂ ਬਾਅਦ ਤੁਸੀਂ ਕਿੱਧਰ ਨੂੰ ਜਾਓਗੇ ਮਹਾਰਾਜ। ਮਦਰ ਦੇਸ਼ ਕੋ ਕਰੋ ਪਿਆਨਾ, ਕਹਿ ਦੋ ਆਨ ਥਾਨ ਕੋ ਜਾਨਾ। ਹੁਣ ਮਹਾਰਾਜ ਪੰਜਾਬ ਤੋਂ ਆਏ ਨੇ, ਮਦਰ ਦੇਸ਼। ਸਾਧੂ ਪੁੱਛਦੇ ਤੁਸੀਂ ਪੰਜਾਬ ਚਲ ਜਾਓਗੇ ਵਾਪਸ, ਜਾਂ ਤੁਹਾਡਾ ਹੋਰ ਕੋਈ ਯੋਜਨਾ ਵੀ ਕਿਤੇ ਹੋਰ ਜਾਣਾ ਤੁਸੀਂ। ਕਹਿੰਦੇ ਸੁਨ ਸ਼੍ਰੀ ਤੇਗ ਬਹਾਦਰ ਭਾਖਾਂ, ਤੀਰਥ ਕਰਵੇ ਕੀ ਅਭਿਲਾਖਾ। ਮਹਾਰਾਜ ਕਹਿੰਦੇ ਨਹੀਂ ਪੰਜਾਬ ਨਹੀਂ ਜਾਣਾ। ਮਹਾਰਾਜ ਨੇ ਤਾਂ ਪ੍ਰਚਾਰ ਕਰਨਾ ਸੀ, ਨਾਲੇ ਤੀਰਥਾਂ ਨੂੰ ਪਵਿੱਤਰ ਕਰਨਾ ਸੀ। ਮਹਾਰਾਜ ਦੀ ਬਾਣੀ ਤੇ ਵਚਨ ਨੇ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਰ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਵੀ ਲੋਕ ਪਾਪ ਕਰ ਕਰਕੇ ਸਾਡੇ ਵਿੱਚ ਨਹਾਉਂਦੇ ਆ ਅਤੇ ਆਪਣੀ ਮੈਲ ਸਾਨੂੰ ਦੇ ਜਾਂਦੇ ਆ। ਹੁਣ ਤੀਰਥਾਂ ਨੂੰ ਪਵਿੱਤਰਤਾ ਫਿਰ ਪੂਰਨ ਬ੍ਰਹਮ ਗਿਆਨੀ ਕਰ ਸਕਦਾ, ਪੂਰਨ ਪੁਰਖ ਕਰ ਸਕਦਾ। ਤੀਰਥਾਂ ਦੀ ਪੁਕਾਰ ਸੀ, ਇਸ ਕਰਕੇ ਮਹਾਰਾਜ ਨੇ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਬਹਾਨਾ ਲਿਆ ਮਹਾਰਾਜ ਨੇ। ਅਤੇ ਹੋਰ ਕਿੰਨੀਆਂ ਕੁ ਸੰਗਤਾਂ ਆਪੋ ਆਪਣੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਬੈਠੀਆਂ ਉਡੀਕਦੀਆਂ ਸਨ। ਪੰਜਾਬ ਆਉਣਾ ਉਹਨਾਂ ਲਈ ਬੜਾ ਔਖਾ ਸੀਗਾ, ਅਤੇ ਮਹਾਰਾਜ ਨੂੰ ਯਾਦ ਕਰਨਾ ਵੀ ਕਦੀ ਮੌਕਾ ਬਣੇ, ਕਦੀ ਦਰਸ਼ਨ ਦੇ। ਜਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਧਰ ਆਏ ਸੀ ਇਸ ਇਲਾਕੇ 'ਚ, ਤੁਸੀਂ ਵੀ ਕਦੀ ਦਰਸ਼ਨ ਦਿਓ। ਸੋ ਉਹਨਾਂ ਦੀਆਂ ਮਨੋਕਾਮਨਾ ਵੀ ਪੂਰਨ ਕਰਨੀਆਂ ਸੀ ਨਾ। ਇਸ ਕਰਕੇ ਮਹਾਰਾਜ ਕਹਿੰਦੇ ਤੀਰਥਾਂ ਦੀ ਵਿਲਾਖਾ ਆ। ਪਾਤਸ਼ਾਹ ਕਹਿੰਦੇ ਇੱਛਾ ਹੈ, ਪੂਰਬ ਦਿਸ਼ਾ ਪੁੰਜ ਥਲ ਪਾਵਨ, ਕਰੈ ਅਨੇਕਨ ਮੈਂ ਬਰਨਾਵਨ। ਇਹ ਜਿਹੜੀ ਪੂਰਬ ਦਿਸ਼ਾ ਨਾ, ਪਾਤਸ਼ਾਹ ਕਹਿੰਦੇ ਇੱਧਰ ਬੜੇ ਤੀਰਥ ਆਉਂਦੇ ਆ। ਇਸ ਕਰਕੇ ਸੋ ਸਾਡਾ ਹੁਣ ਮਨ ਕਰਦਾ ਵੀ ਅਸੀਂ ਸਾਰੇ ਤੀਰਥਾਂ 'ਤੇ ਇਸ਼ਨਾਨ ਕਰ ਲਈਏ। ਬ੍ਰਹਮਪੁੱਤਰ ਲਾ ਤੀਰਥ ਘਨੇ, ਸਨੇ ਸਨੇ ਕਰਹਿ ਦੁੱਖ ਸੁਖ ਸਾਨੇ। ਕਹਿੰਦੇ ਬ੍ਰਹਮਪੁੱਤਰ ਤਾਈਂ ਅਸੀਂ ਜਾਵਾਂਗੇ ਅਤੇ ਰਾਸਤੇ ਦੇ ਵਿੱਚ ਤੀਰਥ ਕਹਿੰਦੇ ਬਹੁਤ ਆਉਂਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਉੱਥੇ ਅਸੀਂ ਰੁਕਾਂਗੇ। ਜਮਨਾ ਸੁਰਸਰ ਪੁੰਨ ਪ੍ਰਯਾਗ,
ਆਦ ਗਿਆ ਜਿਨ ਤੇ ਅਗਭਾਗ, ਜਮਨਾਇਆ ਗੰਗਾਇਆ ਪਰਾਗ ਹੈ, ਗਿਆ ਤੀਰਥ ਹੈ। ਬੜੇ ਤੀਰਥ ਆਉਂਦੇ ਨੇ ਕਹਿੰਦੇ। ਇਮ ਸਤਿਗੁਰ ਤੇ ਸੁਨ ਹਰਿ ਖਾਏ, ਕਹਿ ਸਾਥ ਹਮ ਉੱਤਮ ਪਾਏ। ਉਹ ਸਾਧੂ ਕਹਿੰਦੇ ਤਾਂ ਮੌਜਾਂ ਲੱਗ ਗਈਆਂ। ਅਸੀਂ ਵੀ ਨਾਲੇ ਤੀਰਥਾਂ 'ਤੇ ਇਸ਼ਨਾਨ ਕਰਾਂਗੇ, ਨਾਲੇ ਤੁਹਾਡਾ ਸੰਗ ਮਿਲ ਗਿਆ, ਸੰਗ ਮਿਲ ਗਿਆ, ਤੁਹਾਡੇ ਦਰਸ਼ਨ ਕਰਾਂਗੇ, ਤੁਹਾਡੇ ਬਚਨ ਸੁਣਾਂਗੇ, ਤੀਰਥਾਂ 'ਤੇ ਇਸ਼ਨਾਨ ਕਰਾਂਗੇ, ਅਤੇ ਅਸੀਂ ਸਾਨੂੰ ਤਾਂ ਮਨੁੱਖਾ ਜਨਮ ਦਾ ਲਾਹਾ ਮਿਲ ਗਿਆ। ਬੜੇ ਖੁਸ਼ ਹੋਏ ਜਿੰਨੇ ਨਾਲ ਉੱਥੇ ਉਸ ਵੇਲੇ ਸਾਧੂ ਠਹਿਰੇ ਹੋਏ ਸੀ। ਨਿਤ ਰਾਵਰ ਕੋ ਦਰਸ਼ਨ ਦਰਸੈ, ਪਾਵਨ ਤੀਰਥ ਬ੍ਰਿੰਦਨ ਪਰਸੈ। ਉਹ ਕਹਿੰਦੇ ਮਹਾਰਾਜ ਜੀ ਅਸੀਂ ਤਾਂ ਰੋਜ਼ ਆਪ ਜੀ ਦੇ ਦਰਸ਼ਨ ਕਰਾਂਗੇ ਅਤੇ ਪਵਿੱਤਰ ਤੀਰਥਾਂ ਵਿੱਚ ਇਸ਼ਨਾਨ ਕਰਾਂਗੇ, ਪਵਿੱਤਰ ਤੀਰਥਾਂ ਦੇ ਵੀ ਦਰਸ਼ਨ ਕਰਾਂਗੇ ਤੁਹਾਡੇ ਨਾਲ। ਦੇਸ਼ ਅਨੇਕਨ ਕੀ ਕਰ ਸੈਲ, ਰਹਿ ਸੁਖਾਲੇ ਤੁਮਰੇ ਗੈ। ਨਾਲੇ ਸੈਰ ਹੋਵੇਗੀ, ਸੈਰ ਹੋਵੇਗੀ, ਸਾਰੇ ਦੇਸ਼ ਦੀ ਸੈਰ ਹੋਵੇਗੀ। ਭਟਕੇ ਹੋਏ ਹੁੰਦੇ ਸੀਗੇ, ਬਹੁਤ ਘੱਟ ਹੁੰਦੇ ਸਨ ਜਿਹੜੇ ਸਾਧੂ ਜਿਨ੍ਹਾਂ ਦਾ ਨਿਸ਼ਾਨਾ ਇੱਕ ਹੁੰਦਾ ਸੀਗਾ। ਮਨ ਇੱਕ ਨਹੀਂ ਹੁੰਦਾ, ਮਨ ਇੱਕ ਹੋ ਗਿਆ, ਨਿਸ਼ਾਨਾ ਇੱਕ ਹੋ ਗਿਆ। ਹੁਣ ਦੇਖੋ ਕਿੰਨੀਆਂ ਗੱਲਾਂ ਕਰ ਗਏ। ਤੀਰਥਾਂ 'ਤੇ ਇਸ਼ਨਾਨ, ਤੁਹਾਡੇ ਵੀ ਦਰਸ਼ਨ ਵੀ ਚਲੋ ਹੋ ਜਾਇਆ ਕਰਨਗੇ, ਫਿਰ ਘੁੰਮ ਫਿਰ ਵੀ ਲਵਾਂਗੇ। ਸੋ ਉਹੀ ਗੱਲ ਚਲੋ ਸੰਡੇ ਆ, ਵੀਕਐਂਡ ਹੈ, ਵੀ ਨਾਲੇ ਪ੍ਰਸ਼ਾਦਾ ਛਕਿਆ ਆਉਂਦੇ ਹਾਂ, ਘੁੰਮ ਫਿਰ ਆਵਾਂਗੇ, ਨਾਲੇ ਆਊਟਿੰਗ ਹੋ ਜੂਗੀ। ਕਹਿਣਾ ਹਾਂ ਵੀ ਸਤਸੰਗ ਹੋਣਾ, ਦੀਵਾਨ ਸਜਣਾ ਅਤੇ ਕੁਛ ਸ਼ਬਦ ਦੀ ਸੋਝੀ ਲਵਾਂਗੇ। ਉਹ ਉਹਨਾਂ ਦੀ ਗਿਣਤੀ ਬੜੀ ਘੱਟ ਹੈ ਵੀ ਸ਼ਬਦ ਦੀ ਸੋਝੀ ਲਵਾਂਗੇ, ਕੁਛ ਮਾਰਗ ਦਰਸ਼ਨ ਸਾਨੂੰ ਮਿਲੇਗਾ। ਸੋ ਇੰਝ ਇਹ ਜਿਹੜੇ ਸਾਧੂ ਨੇ, ਇਹਨਾਂ ਵਿੱਚ ਵੀ ਕੁਝ ਹਨ ਐਸੇ ਜਿਹੜੇ ਚਾਹੁੰਦੇ ਨੇ ਵੀ ਸਾਨੂੰ ਪਰਮਾਰਥ ਦਾ ਜਿਹੜਾ ਮਾਰਗ ਸਹੀ ਹੈ ਉਹ ਪਤਾ ਲੱਗੇ, ਪਰ ਕੁਝ ਇਹ ਵੀ ਗੱਲਾਂ ਕਰ ਗਏ। ਕਹਿੰਦੇ ਜੀ ਨਾਲੇ ਘੁੰਮ ਫਿਰ ਲਵਾਂਗੇ ਤੁਹਾਡੇ ਨਾਲ। ਕਹਿੰਦੇ ਮਹਾਰਾਜ ਤੀਰਥ ਯਾਤਰਾ ਕੋ ਗਰ ਜਾਏ, ਬਿਦਤ ਭਈ ਸਭ ਸਾਧਨ ਮਾਏ। ਹੁਣ ਇੱਕ ਮੰਡਲੀ ਨੇ, ਸਾਧੂਆਂ ਦੀ ਮੰਡਲੀ ਨੇ ਪ੍ਰਸ਼ਨ ਕੀਤਾ ਸੀ ਵੀ ਤੁਸੀਂ ਵਾਪਸ ਪੰਜਾਬ ਚਲੇ ਜਾਣਾ ਅਤੇ ਜਾਂ ਹੋਰ ਕੋਈ ਤੁਹਾਡੀ ਯੋਜਨਾ ਹੈ। ਮਹਾਰਾਜ ਕਹਿੰਦੇ ਅਸੀਂ ਪੂਰਬ ਵੱਲ ਜਾਣਾ, ਗੰਗਾ ਜਮਨਾ ਅਤੇ ਫਿਰ ਗਿਆ ਤੀਰਥ, ਬ੍ਰਹਮਪੁੱਤਰ 'ਤੇ ਜਾਣਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਕੋਈ ਲੁਕੋ ਰੱਖਣਾ ਕਿਸੇ ਗੱਲ ਦਾ। ਸੱਚੇ ਪਾਤਸ਼ਾਹ ਜੀ ਨੇ ਜੋ ਗੱਲ ਅੰਦਰ ਹੈ ਉਹ ਬਾਹਰ ਹੈ, ਅੰਦਰੋਂ ਬਾਹਰੋਂ ਇੱਕ ਹੈ। ਅਤੇ ਮਹਾਰਾਜ ਨੇ ਦੱਸਤਾ ਕਹਿੰਦੇ ਅਸੀਂ ਤਾਂ ਜਾਣਾ ਬਈ ਬ੍ਰਹਮਪੁੱਤਰ 'ਤੇ ਜਾਣਾ। ਮਹਾਰਾਜ ਜੀ ਕਹਿੰਦੇ ਇਹ ਗੱਲ ਫਿਰ ਸਾਰੇ ਪਾਸੇ ਪ੍ਰਗਟ ਹੋ ਗਈ ਥਨੇਸਰ ਦੇ ਸਥਾਨ 'ਤੇ ਵੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਬ੍ਰਹਮਪੁੱਤਰ 'ਤੇ ਜਾ ਰਹੇ ਆ। ਮੁਦਤ ਹੋਏ ਕਰ ਹਿਰਦੇ ਖਨੇਰੇ, ਆਨ ਮਿਲੇ ਸਤਿਗੁਰ ਕੇ ਡੇਰੇ। ਜਿਨ੍ਹਾਂ ਦੇ ਮਨਾਂ ਦੇ ਵਿੱਚ ਯਾਤਰਾ ਕਰਨ ਦੀ ਚਾਹਤ ਸੀ, ਇਹ ਨਹੀਂ ਵੀ ਇਕੱਲੇ ਸਾਧੂ ਹੀ ਸੀਗੇ ਜਿਨ੍ਹਾਂ ਦੇ ਮਨਾਂ 'ਚ ਚਾਹਤ ਸੀ, ਕਈ ਹੋਰ ਵੀ ਗ੍ਰਸਤੀ ਵੀ ਐਸੇ ਸੀ ਜਿਨ੍ਹਾਂ ਨੂੰ ਸਾਥ ਨਹੀਂ ਸੀ ਮਿਲਦਾ। ਮਨ ਤਾਂ ਚਾਹੁੰਦਾ ਸੀ ਵੀ ਦਰਸ਼ਨ ਕਰੀਏ, ਤੀਰਥਾਂ 'ਤੇ ਜਾ ਕੇ ਆਏ, ਪਰ ਸਾਥ ਨਹੀਂ ਸੀ ਮਿਲਦਾ। ਉਹ ਵੀ ਉਹਨਾਂ ਨੇ ਵੀ ਸ਼ੁਕਰ ਕੀਤਾ। ਹੁਣ ਜਿਸ ਨੇ ਮਹਾਰਾਜ ਦੇ ਨਾਲ ਸੰਗ ਕਰਨਾ, ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲਣਾ, ਚਰਨ ਚਲੋ ਮਾਰੋ ਗੋਬਿੰਦ, ਮਿਟੇ ਪਾਪ ਜਪਿਆ ਹਰਬਿੰਦ, ਮਹਾਰਾਜ ਦੇ ਨਾਲ ਚੱਲਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਲ ਚੱਲਣਾ। ਸੋ ਪੰਜ ਸਿੰਘ ਅਸੀਂ ਨਾ ਪੰਜ ਸਿੰਘ ਲੱਭਦੇ, ਜੇ ਉਹਨਾਂ ਨੂੰ ਚੱਲਣ ਦਾ ਮਹਾਤਮ ਪਤਾ ਲੱਗ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਲ ਚੱਲਣ ਦਾ ਮਹਾਤਮ ਬੜਾ ਹੈ, ਅਤੇ ਪੰਜ ਦੇ ਪੰਜੀ ਹੋ ਜਾਇਆ ਕਰਨੇ। ਫਿਰ ਮਹਾਤਮ ਪਤਾ ਨਹੀਂ, ਇਸ ਕਰਕੇ ਇੱਕ ਦੂਜੇ ਨੂੰ ਕਹਿੰਦੇ ਚੰਗਾ ਤੁਸੀਂ ਕੇਵਲ ਐਸਾ ਹੁੰਦਾ ਘਰ ਵਾਲੇ ਆਉਂਦੇ ਹੀ ਨਹੀਂ, ਉਹ ਭੇਜ ਦੇਣਾ ਚੰਗਾ ਜਾ ਮਹਾਰਾਜ ਲੈ ਆਓ ਕਹਿਣਾ ਗੁਰੂ ਗ੍ਰੰਥ ਸਾਹਿਬ। ਅਤੇ ਜਦੋਂ ਮਹਾਰਾਜ ਨੂੰ ਗੁਰੂ ਘਰ ਵਿੱਚ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਤੇ ਉਹਨਾਂ ਵੀ ਘਰ ਵਾਲਿਆਂ ਨੇ ਨਹੀਂ ਆਉਣਾ ਵੀ ਅਸੀਂ ਇੱਥੇ ਜਿਹੜੀ ਸੰਗਤ ਹੈ ਉਹਨਾਂ ਨੂੰ ਸਾਂਭਣਾ। ਮਹਾਰਾਜ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਚੱਲਣ ਦਾ ਕਿੱਡਾ ਕੁ ਵੱਡਾ ਮਹਾਤਮ ਹੈ। ਆਹ ਦੇਖੋ ਕਿੰਨੇ ਸਾਧੂ ਨੇ ਕਿੰਨੇ ਖੁਸ਼ ਹੋ ਗਏ ਜਦੋਂ ਪਤਾ ਲੱਗਾ ਵੀ ਮਹਾਰਾਜ ਨੇ ਤਾਂ ਵੀ ਪੂਰਬ ਵੱਲ ਨੂੰ ਜਾਣਾ। ਕਹਿੰਦੇ ਲੈ ਅਸੀਂ ਸੰਗ ਕਰਾਂਗੇ, ਬਚਨ ਸੁਣਾਂਗੇ, ਦਰਸ਼ਨ ਦੀਦਾਰ ਕਰਾਂਗੇ। ਅਤੇ ਹੁਣ ਇਹਨਾਂ ਦੇ ਕਿੰਨੇ ਕੁ ਇਹਨਾਂ ਦੀ ਅਵਸਥਾ ਦਾ ਕਿੰਨਾ ਫਰਕ ਪਵੇਗਾ। ਜਿੱਥੇ ਜਿਹੜਾ ਆਪਣੀ ਅਵਸਥਾ 'ਚ ਅਟਕਿਆ ਹੋਵੇਗਾ ਨਾ, ਉਹਨੂੰ ਧੱਕਾ ਲੱਗ ਜਾਣਾ, ਉਹਦੀ ਅਵਸਥਾ ਹੋਰ ਵਧਣੀ ਹੈ। ਜਿੱਦਾਂ ਮਹਾਰਾਜ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ।
ਜਦੋਂ ਸਤਿਗੁਰੂ ਜੀ ਦਾ ਸੰਗ ਹੁੰਦਾ ਨਾ, ਜਿਹਦੇ ਪੱਲੇ ਕੋਈ ਗੁਣ ਹੀ ਨਹੀਂ ਹੁੰਦਾ, ਉਹਨੂੰ ਗੁਣ ਮਿਲ ਜਾਂਦੇ ਆ। ਅਤੇ ਜਿਹਦੇ ਕੋਲ ਗੁਣ ਹੁੰਦੇ ਨੇ, ਉਹਨੂੰ ਹੋਰ ਗੁਣ ਮਿਲ ਜਾਂਦੇ ਨੇ। ਜਦੋਂ ਇਹਨਾਂ ਗੁਣਾਂ ਦੀ ਹੁੰਦੀ ਬਹੁਤਾਤ, ਘਣੇ ਗੁਣ ਹੁੰਦੇ ਨੇ, ਫੇਰ ਜਾ ਕੇ ਬੰਦਗੀ ਸ਼ੁਰੂ ਹੁੰਦੀ ਹੈ। ਜਦੋਂ ਘਣੇ ਬਹੁਤਾਤ ਹੋ ਜਾਂਦੀ ਹੈ ਗੁਣਾਂ ਦੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦੇ ਨੇ। ਸੋ ਇਹ ਬੜੇ ਪ੍ਰਸੰਨ ਜਿੰਨੇ ਸਾਧੂ ਨੇ ਸਾਰੇ, ਅਤੇ ਸਾਰੇ ਥਨੇਸਰ ਦੇ ਵਿੱਚ ਗੱਲ ਘੁੰਮ ਗਈ ਹੈ ਕਿ ਮਹਾਰਾਜ ਨੇ ਤਾਂ ਭਾਈ ਬ੍ਰਹਮ ਪੁੱਤਰ ਤੇ ਜਾਣਾ, ਅਤੇ ਖੁਸ਼ੀ ਦਾ ਟਿਕਾਣਾ ਨਾ ਕੋਈ ਰਹਿ ਗਿਆ। ਬੜੀ ਖੁਸ਼ੀ ਹੋਈ ਸਾਰਿਆਂ ਨੂੰ। ਇੱਕ ਦੋਏ ਦਿਨ ਬੀਤੇ ਇਸ ਭਾਏ, ਸਮਾਂ ਗ੍ਰਹਿਣ ਕੋ ਪਹੁੰਚਿਓ ਆਏ। ਇਹ ਥਨੇਸਰ ਦੇ ਸਥਾਨ 'ਤੇ ਜਿਹੜਾ ਮੇਲਾ ਲੱਗਾ ਸੀ, ਉਸੇ ਸੂਰਜ ਗ੍ਰਹਿਣ ਨੂੰ ਮੁੱਖ ਰੱਖਿਆ ਸੀ ਵੀ ਜਦੋਂ ਸੂਰਜ ਗ੍ਰਹਿਣ ਦਾ, ਸੂਰਜ ਨੂੰ ਗ੍ਰਹਿਣ ਲੱਗ ਹਟਣਾ, ਉਸ ਤੋਂ ਬਾਅਦ ਮੇਲਾ ਚੁੱਕਿਆ ਜਾਣਾ ਸੀਗਾ। ਹੁਣ 1-2 ਦਿਨ ਤੋਂ ਬਾਅਦ ਉਹ ਸੂਰਜ ਗ੍ਰਹਿਣ ਦਾ ਉਹ ਵੀ ਸਮਾਂ ਆ ਗਿਆ। ਕਹਿੰਦੇ ਮਹਾਰਾਜ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਸੋ ਸੱਚੇ ਪਾਤਸ਼ਾਹ ਜੀ ਦਾ ਕੋਈ ਸੰਬੰਧ ਨਹੀਂ, ਪਰ ਹੁਣ ਲੋਕਾਂ ਦਾ ਸੰਬੰਧ ਹੈ। ਜਿਨ੍ਹਾਂ ਨੂੰ ਉਪਦੇਸ਼ ਦੇਣਾ, ਜਿਨ੍ਹਾਂ ਨੂੰ ਤਾਰਨਾ ਸਤਿਗੁਰਾਂ ਨੇ, ਜਿਨ੍ਹਾਂ ਨੂੰ ਉਪਦੇਸ਼ ਦੇਣਾ, ਉਹਨਾਂ ਦਾ ਸੰਬੰਧ ਹੈ। ਇਸ ਕਰਕੇ ਉਹ ਜ਼ਰੂਰੀ ਸੀਗਾ ਵੀ ਭਾਈ ਉਹਨਾਂ ਨੂੰ ਉਹ ਗੁਰਬਾਣੀ ਦਾ ਉਪਦੇਸ਼ ਦਿੱਤਾ ਜਾਵੇ ਵੀ ਜੋ ਤੁਸੀਂ ਸੂਰਜ ਗ੍ਰਹਿਣ ਦੀ ਪੂਜਾ ਕਰਕੇ ਜਾਂ ਇਸ਼ਨਾਨ ਕਰਕੇ ਉਹ ਨਹੀਂ ਹਾਸਲ ਕਰ ਸਕਦੇ, ਅਤੇ ਜੋ ਤੁਸੀਂ ਗੁਰਬਾਣੀ ਪੜ੍ਹ ਕੇ ਹਾਸਲ ਕਰ ਸਕਦੇ ਆ। ਅਤੇ ਹੁਣ ਉਸ ਤੋਂ ਉੱਤਮ ਵਧੀਆ ਵਸਤੂ ਦੇਣੀ ਪਵੇਗੀ ਨਾ, ਤਦੇ ਫਿਰ ਆਪਣੇ ਹੱਥ ਵਿੱਚ ਜੋ ਸਾਡੇ ਕੋਲ ਆ ਉਹਨੂੰ ਘਟੀਆ ਜਾਣ ਕੇ ਆਪਾਂ ਛੱਡਾਂਗੇ, ਤਦੇ ਹੀ ਛੱਡਾਂਗੇ ਨਾ। ਪਿੱਛੇ ਵਧੀਆ 'ਚ ਮਿਲ ਗਈ। ਹੁਣ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਪੜ੍ਹਨ ਲਾਉਂਦੇ ਨੇ ਸਾਰਿਆਂ ਨੂੰ। ਹੁਣ 2 ਕੁ ਦਿਨ ਤੋਂ ਬਾਅਦ ਸੂਰਜ ਗ੍ਰਹਿਣ ਦਾ ਸਮਾਂ ਆ ਗਿਆ। ਪਾਵਨ ਜਲ ਮੱਜੇ ਤਿਸ ਵੇਰੇ, ਦਿਓ ਦਿੱਜਨ ਕੋ ਦਾਨ ਘਨੇਰੇ। ਸੋ ਉਸ ਵਕਤ ਬ੍ਰਾਹਮਣ ਵੀ ਬੜੇ ਆ ਗਏ, ਅਤੇ ਉਹਨਾਂ ਨੂੰ ਪਤਾ ਸੀ ਵੀ ਗੁਰੂ ਸਾਹਿਬ ਜੀ ਨਾ ਦਾਨ ਬਹੁਤ ਖੁੱਲ੍ਹੇ ਦਿਲ ਨਾਲ ਦਿੰਦੇ ਆ, ਅਤੇ ਫਿਰ ਉਹਨਾਂ ਦਾ ਵੀ ਸਾਨੂੰ ਦਾਨ ਮਿਲਣਾ ਚਾਹੀਦਾ। ਹੁਣ ਮਹਾਰਾਜ ਦੇ ਦਰਬਾਰ ਵਿੱਚ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਜਿੱਦਾਂ ਜਿੱਦਾਂ ਕਿਸੇ ਦੀ ਚਾਹਤ ਹੁੰਦੀ ਆ। ਸੋ ਕਈ ਤਾਂ ਕਹਿੰਦੇ ਵੀ ਸਾਡਾ ਕਾਰੋਬਾਰ ਚੱਲੇ, ਸਰੀਰ 'ਚ ਤੰਦਰੁਸਤੀ ਹੋਵੇ, ਅਸੀਂ ਆਪਣੇ ਹੱਥੀਂ ਕਿਰਤ ਕਰੀਏ, ਮਹਾਰਾਜ ਨੂੰ ਉੱਦਾਂ ਦਾ ਬਣਾ ਦਿੰਦੇ ਆ। ਹੁਣ ਜਿਹੜੇ ਵਿਹਲੀਆਂ ਖਾਣੇ ਵਾਲੇ ਵੀ ਸਾਨੂੰ ਪੂਜਾ ਮਿਲੇ, ਦਾਨ ਮਿਲੇ, ਸੱਚੇ ਪਾਤਸ਼ਾਹ ਉਹਨਾਂ ਦੀ ਉੱਦਾਂ ਮੰਗ ਪੂਰੀ ਕਰੀ ਜਾਂਦੇ। ਜੋ ਭਾਵਨਾ, ਜੇ ਕਿਸੇ ਨੇ ਨਾਮ ਮੰਗ ਲਿਆ, ਬਾਣੀ ਮੰਗ ਲਈ, ਸੇਵਾ ਮੰਗ ਲਈ, ਉਹਨੂੰ ਇਹ ਚੀਜ਼ਾਂ ਮਿਲੀ ਜਾਂਦੀਆਂ। ਜੋ ਮੰਗਿਆ, ਜੋ ਮਨ ਦੀ ਮੰਗ ਹੁੰਦੀ, ਜਦੋਂ ਮਨ ਅਤੇ ਚਿੱਤ ਇੱਕ ਹੁੰਦੇ, ਉਹ ਮੰਗ ਉਹਦੀ ਪੂਰੀ ਹੋ ਜਾਂਦੀ। ਤਾਂ ਕਰਮਾਂ ਦਾ ਸਾਰ ਹੀ ਮਿਲਦਾ। ਜੋ ਮਰਜ਼ੀ ਬੋਲੀ ਜਾਵੇ, ਜਿੰਨੀ ਮਰਜ਼ੀ ਅਰਦਾਸਾਂ ਕਰੀ ਜਾਵੇ, ਉਹ ਕਰਮਾਂ ਅਨੁਸਾਰ ਹੀ ਮਿਲੂਗਾ। ਅਤੇ ਜਦੋਂ ਮਨ ਅਤੇ ਚਿੱਤ ਇੱਕ ਹੋ ਜਾਂਦੇ ਆ, ਮਨ ਇਕਾਗਰ ਹੋ ਜਾਂਦਾ, ਫਿਰ ਜੋ ਮੰਗਦਾ ਉਹ ਮਿਲਦਾ ਜੀ। ਫਿਰ ਆਹ ਅਵਸਥਾ ਆ ਜਾਂਦੀ, ਉਹਨੂੰ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇਵਾ। ਜਦੋਂ ਪਤਾ ਲੱਗਾ ਵੀ ਮਹਾਰਾਜ ਜੀ ਆਏ ਹੋਏ ਨੇ, ਫਿਰ ਬ੍ਰਾਹਮਣ ਬਹੁਤ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਇੱਛਾ ਦੇ ਮੁਤਾਬਕ ਰਜਵਾਂ ਦਾਨ ਉਹਨਾਂ ਨੂੰ ਦਿੱਤਾ ਜੀ। ਜੋ ਜੋ ਦਿਜ ਗੁਰ ਢਿਗ ਜਬ ਆਇਓ, ਪਾਏ ਦਾਨ ਦਾਰਿਦਰ ਗਵਾਇਓ। ਗਰੀਬੀ ਚੱਕ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਨਾਨਕ ਦੇਵ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਮਹਾਰਾਜ ਨੇ ਸੁਲਤਾਨਪੁਰ ਦੇ ਵਿੱਚ ਮੋਦੀਖਾਨਾ ਕੀਤਾ ਜੀ। ਸੁਲਤਾਨ ਕਾਫੀ ਲੰਬਾ ਸਮਾਂ ਮਹਾਰਾਜ ਨੇ ਹੱਟੀ ਚਲੇ, ਸਰਕਾਰੀ ਹੱਟੀ ਦੇ ਮਾਲਕ ਹੁੰਦੇ ਹੈਗੇ, ਤਾਂ ਸਾਰੀ ਹੱਟੀਆਂ ਦੇ ਮਾਲਕ, ਪੂਰਾ ਹੱਟ ਸੰਸਾਰ, ਪੂਰਾ ਹੱਟ ਹੈ, ਸਾਰੇ ਸੰਸਾਰ ਰੂਪ ਹੱਟ ਦੇ ਮਾਲਕ ਨੇ ਗੁਰੂ ਨਾਨਕ ਦੇਵ ਜੀ। ਪਰ ਉੱਥੇ ਨਵਾਬ ਦੌਲਤ ਖਾਂ ਉਹਦੀ ਸਰਕਾਰੀ ਹੱਟੀ ਦੇ ਮਾਲਕ, ਅਤੇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਦੇ ਵਿੱਚੋਂ, ਸੁਲਤਾਨਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ, ਸੋ ਲੋਕਾਂ ਦੇ ਘਰਾਂ ਵਿੱਚੋਂ ਗਰੀਬੀ ਚੱਕ ਦਿੱਤੀ। ਇੰਨਾ ਉਹਨਾਂ ਨੂੰ ਰਾਸ਼ਨ ਵੰਡਿਆ, ਅਤੇ ਜਿੱਥੋਂ ਤੀਕਰ ਜੇ ਕਿਸੇ ਨੂੰ ਮਾਇਆ ਦੀ ਵੀ ਲੋੜ ਹੁੰਦੀ ਸੀ ਤਾਂ ਉਹਨੂੰ ਮਾਇਆ ਵੀ ਸਤਿਗੁਰੂ ਜੀ ਦਿੰਦੇ ਹੁੰਦੇ ਸੀ। ਖਾਣ ਪੀਣ ਵਾਸਤੇ ਰਾਸ਼ਨ, ਅਤੇ ਫਿਰ ਪਹਿਨਣ ਵਾਸਤੇ ਕੱਪੜਾ। ਸਰਕਾਰੀ ਭੰਡਾਰ ਸੀ ਨਾ, ਕੱਪੜੇ ਵੀ ਆਏ ਹੁੰਦੇ ਸੀ, ਉਹ ਵੀ ਦਿੰਦੇ ਹੁੰਦੇ ਸੀ ਮਹਾਰਾਜ ਪਾਤਸ਼ਾਹ। ਅਤੇ ਆਲੇ ਦੁਆਲੇ ਦੇ ਪਿੰਡਾਂ 'ਚੋਂ ਗਰੀਬੀ ਚੱਕਤੀ ਮਹਾਰਾਜ ਪਾਤਸ਼ਾਹ ਜੀ ਨੇ। ਬੜਾ ਜਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਦੋਂ ਫੈਲਿਆ ਹੋਇਆ ਸੀ। ਹੁਣ ਗੁਰੂ ਤੇਗ ਬਹਾਦਰ ਉਹੀ ਸਰੂਪ ਹੈ, ਉਹੀ ਜੋਤ ਹੈ ਮਹਾਰਾਜ ਪਾਤਸ਼ਾਹ। ਹੁਣ ਇਹ ਜਿਹੜੇ ਆਏ ਦਾਨ ਲੈਣ ਵਾਸਤੇ, ਅਤੇ ਦਾਨ ਇੰਨਾ ਕੁ ਦਿੱਤਾ, ਅਤੇ ਮਹਾਰਾਜ ਦਾ ਤਾਂ ਇੱਕ ਕਿਣਕਾ ਵੀ ਬਹੁਤ ਹੁੰਦਾ ਨਾ, ਉਹ ਵੱਧਦਾ। ਜਦੋਂ ਸਾਹਿਬ ਸੱਚੇ ਪਾਤਸ਼ਾਹ ਕਿਣਕਾ ਵੀ ਦਿੰਦੇ ਨਾ, ਅਤੇ ਉਹਦੇ ਕੋਲ ਮੁੱਕਣਾ ਥੋੜ੍ਹੀ ਹੈ, ਕਿੱਥੇ ਮੁੱਕਣਾ, ਉਹ ਵਧੀ ਜਾਣਾ। ਅਤੇ ਦਲਿੱਦਰ ਦੂਰ ਕਰਤਾ। ਜਿਸ ਨੇ ਵੀ ਗੁਰੂ ਸਾਹਿਬ ਜੀ ਤੋਂ ਇਹ ਦਾਨ ਲੈ, ਉਹਨਾਂ ਦੇ ਦਲਿੱਦਰ ਕਹਿੰਦੇ ਦੂਰ ਹੋ ਗਏ, ਗਰੀਬੀਆਂ ਹੀ ਦੂਰ ਹੋ ਗਈਆਂ।
ਰਵ ਨਿਰਮਲ ਤੇ ਬਹੁਰ ਇਸ਼ਨਾਨੇ, ਹੁਤੋ ਜੋ ਪਾਸ ਦੀਨ ਸਭ ਦਾਨੇ। ਸੂਰਜ ਗ੍ਰਹਿਣ ਤੋਂ ਬਾਅਦ ਇਸ਼ਨਾਨ ਕੀਤਾ ਫੇਰ ਸਾਰਿਆਂ ਨੇ, ਤੇ ਜੋ ਵੀ ਕੋਲ ਸੀ ਸਭ ਕੁਛ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਰਜਾਓ, ਪਹਿਲੋਂ ਇਹਨਾਂ ਨੂੰ ਦਿਓ। ਪੁਨ ਡੇਰੇ ਮੈਂ ਆਨ ਗੁਸਾਈ, ਖਾਨ ਪਾਨ ਸ਼ੁਭਕੀਨ ਬਨਾਈ। ਕਈ ਹੁਣ ਇਸ ਗੱਲ ਤੋਂ ਆਣ ਕੇ ਤਰਕ ਵੀ ਕਰ ਜਾਂਦੇ ਵੀ ਮਹਾਰਾਜ ਬ੍ਰਾਹਮਣਾਂ ਨੂੰ ਕਿਉਂ ਦਾਨ ਦਿੰਦੇ ਸੀ। ਬ੍ਰਾਹਮਣਾਂ ਨੂੰ ਦਾਨ ਇਸ ਕਰਕੇ ਨਹੀਂ ਸੀ ਦਿੰਦੇ ਵੀ ਜਿੱਦਾਂ ਆਮ ਲੋਕ ਦਾਨ ਦਿੰਦੇ ਨੇ, ਕੋਈ ਗਾਵਾਂ ਨੂੰ ਪੀੜਾ ਚਾੜਦਾ, ਕੋਈ ਪੱਠੇ ਪਾਉਂਦਾ ਹੈ, ਕੋਈ ਬ੍ਰਾਹਮਣਾਂ ਨੂੰ ਦਾਨ ਦਿੰਦਾ ਆਪਣੇ ਪਾਪ ਬਖਸ਼ਾਉਣ ਵਾਸਤੇ ਵੀ ਸਾਡੇ ਪਾਪ ਲੈ ਜਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਇਸ ਕਰਕੇ ਦੇ ਰਹੇ ਸੀ ਨੇ ਵੀ ਗੁਰੂ ਨਾਨਕ ਦਾ ਘਰ ਇੱਥੇ ਦਾ ਜੋ ਕਿਸੇ ਨੇ ਮੰਗਣਾ ਉਹ ਮਿਲਣਾ। ਹੁਣ ਉਹਨਾਂ 'ਚੋਂ ਕੁਝ ਹੋਣਗੇ ਐਸੇ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਹੋਵੇਗੀ ਵੀ ਇਹ ਤਾਂ ਬਹੁਤ ਵੱਡਾ ਦਰਬਾਰ ਹੈ, ਇੱਥੋਂ ਜੋ ਮੰਗ ਲਿਆ ਮਿਲ ਜਾਣਾ। ਸੋ ਜੇ ਮਹਾਰਾਜ ਨੂੰ ਇਹੀ ਮੰਗ ਲਿਆ ਵੀ ਸਾਡੀਆਂ ਭੁੱਖਾਂ ਹੀ ਮੇਟ ਦਿਓ, ਇੱਦਾਂ ਦੇ ਵੀ ਹੋਣਗੇ। ਸੱਚੇ ਭੁੱਖਾਂ ਸਭ ਗਵਾਈਆਂ ਮਹਾਰਾਜ ਨੇ, ਇਹਨਾਂ ਨੇ ਭੁੱਖਾਂ ਵੀ ਗਵਾਤੀਆਂ ਹੋਣੀਆਂ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਮਹਾਰਾਜ ਤਾਂ ਇੰਝ ਦਾਨ ਦੇ ਰਿਹਾ ਸੀ ਨਾ ਵੀ ਇੱਥੇ ਤਾਂ ਭਾਈ ਜੋ ਕਿਸੇ ਨੇ ਮੰਗਣਾ ਉਹ ਮਿਲਣਾ। ਦੂਜਾ ਵਾਲਾ ਦਾਨ ਨਹੀਂ ਜਿੱਦਾਂ ਆਮ ਲੋਕ ਬ੍ਰਾਹਮਣਾਂ ਨੂੰ ਦਾਨ ਕਰਦੇ ਸੀਗੇ। ਨਿਸਾ ਬਾਸ ਕਰ ਪ੍ਰਾਤ ਬਹੋਰੀ, ਗਨ ਤੀਰਥ ਮੱਜੇ ਸਭ ਠਾਰੀ। ਰਾਤ ਵਿਸ਼ਰਾਮ ਕੀਤਾ, ਹੁਣ ਸਵੇਰ ਹੋਈ ਹੈ, ਉਠੇ ਨੇ ਮਹਾਰਾਜ ਪਾਤਸ਼ਾਹ ਉਸੇ ਸਮੇਂ 'ਤੇ। ਇੱਕ ਦੋਏ ਦਿਨ ਬਸ ਬੌਰ ਬਿਤਾਏ, ਪੁਨ ਸਤਿਗੁਰ ਤਿਆਰੀ ਕਰਵਾਏ। ਥਨੇਸਰ ਦੇ ਅਸਥਾਨ 'ਤੇ 2 ਦਿਨ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਸਾ ਕੀਤਾ ਹੈ। ਅਤੇ ਫਿਰ ਮਹਾਰਾਜ ਨੇ ਆਗਿਆ ਕੀਤੀ, ਚਲੋ ਵੀ ਸਾਡਾ ਪੈਂਡਾ ਬੜਾ ਲੰਬਾ, ਮਹਾਰਾਜ ਕਹਿੰਦੇ ਅਸੀਂ ਤਾਂ ਬ੍ਰਹਮਪੁੱਤਰ 'ਤੇ ਜਾਣਾ, ਬੜੀ ਦੂਰ 'ਤੇ ਜਾਣਾ, ਕਹਿੰਦੇ ਚਲੋ ਤਿਆਰੀ ਕਰੋ। ਕਹਿੰਦੇ ਕੇਤਕ ਸਿੱਖ ਮਿਲੇ ਸੰਗਿਆਏ, ਅਧਿਕ ਲਾਭ ਕੋ ਉਰ ਲਖ ਪਾਏ। ਬਹੁਤੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੇ। ਆਲੇ ਦੁਆਲੇ ਕਈ ਸਿੱਖ ਵੀ ਸੀ ਨਾ, ਗੁਰੂ ਨਾਨਕ ਪਾਤਸ਼ਾਹ ਜੀ ਸਿੱਖੀ ਤਾਂ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ। ਸੱਚੇ ਪਾਤਸ਼ਾਹ ਜੀ ਦੇ ਸਿੱਖ ਜਿੱਥੇ ਮਹਾਰਾਜ ਦੀ ਯਾਤਰਾ ਜਾ ਰਹੀ ਉੱਥੇ ਵੀ ਸਿੱਖ ਸਨ ਆਲੇ ਦੁਆਲੇ ਕੇ, ਬੜਾ ਉਹਨਾਂ ਨੇ ਲਾਹਾ ਲਿਆ। ਫਿਰ ਗੁਰ ਦਰਸ਼ਨ ਅਰ ਤੀਰਥ ਨਾਨ, ਇਸ ਤੇ ਅਪਰ ਨ ਵੱਡ ਕਲਿਆਣ। ਸੋ ਕਈ ਇਸ ਹਿਸਾਬ ਨਾਲ ਚੱਲਦੇ ਵੀ ਚਲੋ ਨਾਲੇ ਤੀਰਥਾਂ ਦੇ ਇਸ਼ਨਾਨ ਕਰ ਲਵਾਂਗੇ। ਸੋ ਚਲੋ ਭਾਵੇਂ ਕੋਈ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਲਾਲਚ ਵਿੱਚ ਇਹ ਤੁਰਦਾ ਨਾਲ, ਪਰ ਗੁਰੂ ਦੇ ਨਾਲ ਤਾਂ ਚੱਲਿਆ ਨਾ। ਗੁਰੂ ਦੇ ਦਰਸ਼ਨ, ਗੁਰੂ ਦੇ ਬਚਨ ਬਿਲਾਸ, ਗੁਰਬਾਣੀ ਦਾ ਉਪਦੇਸ਼ ਉਹਨਾਂ ਨੂੰ ਮਿਲਦਾ। ਸੋ ਮਹਾਰਾਜ ਵੀ ਤਾਂ ਬਹਾਨੇ ਦੇ ਨਾਲ ਹੀ ਉਪਦੇਸ਼ ਦਿੰਦੇ ਹੁੰਦੇ ਸੀ ਸੱਚੇ ਪਾਤਸ਼ਾਹ। ਬਹਾਨੇ ਨਾਲ ਇਕੱਠ ਕਰਨਾ ਅਤੇ ਕੋਈ ਐਸਾ ਕੌਤਕ ਕਰ ਦੇਣਾ ਜਿਹਦੇ ਨਾਲ ਲੋਕ ਇਕੱਠੇ ਹੋ ਜਾਣ, ਫਿਰ ਉਹਨਾਂ ਨੂੰ ਉਪਦੇਸ਼ ਦੇਣਾ। ਚੱਲ ਭਾਵੇਂ ਇਸੇ ਬਹਾਨੇ ਆ ਰਹੇ ਨੇ, ਪਰ ਮਹਾਰਾਜ ਦਾ ਸੰਗ ਤਾਂ ਕਰਦੇ ਨੇ ਨਾ। ਕਿਤਕ ਤੁਰੰਗਨ ਪਰ ਚੜ੍ਹ ਆਏ, ਇਮ ਨਰ ਪੈ ਆਨ ਸਮੁਦਾਏ। ਹੁਣ ਜਦੋਂ ਪਤਾ ਲੱਗਾ ਨਾ ਸਾਰਿਆਂ ਨੂੰ ਮਹਾਰਾਜ ਜੀ ਨੇ ਇੱਥੋਂ ਚਾਲੇ ਪਾਉਣੇ ਆ, ਲੋਕ ਆਪੋ ਆਪਣੀਆਂ ਸਵਾਰੀਆਂ ਲੈ ਕੇ ਆ ਗਏ, ਘੋੜਿਆਂ 'ਤੇ ਚੜ੍ਹ ਕੇ ਆ ਗਏ। ਚੜ੍ਹੇ ਥਨੇਸਰ ਤੇ ਗੁਰ ਪੂਰੇ, ਮਨ ਬਾਛਤ ਪਹੁੰਚਨ ਕੋ ਦੂਰੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਚਲੋ ਚਲੀਏ, ਹੁਣ ਚਾਲੇ ਪਾਤੇ, ਕਿਉਂਕਿ ਬਹੁਤ ਦੂਰ ਦਾ ਸਫ਼ਰ ਹੈ। ਅਤੇ ਇੱਥੋਂ ਵੀ ਜਿਹੜੇ ਨਾਲ ਚੱਲੇ ਸਾਰਿਆਂ ਨੂੰ ਨਾਲ ਲੈ ਲਿਆ ਸੱਚੇ ਪਾਤਸ਼ਾਹ ਨੇ। ਕੋਸ ਇਕਾਦ ਸ਼ਕੀਨ ਪਿਆਨਾ, ਬਣੀ ਬਦਰਪੁਰ ਏਕ ਸਥਾਨਾ। 11 ਕੋਹ ਦਾ ਫਿਰ ਸਫ਼ਰ ਕੀਤਾ। ਅੱਗੇ ਆਉਂਦਾ ਬਦਰਪੁਰ, ਤਹਾਂ ਜਾਏ ਘਰ ਕੀਨਸ ਡੇਰਾ, ਗੁਰਦੁਆਰਾ ਤੈ ਅਬ ਹਮ ਹੇਰਾ। ਉੱਥੇ ਫਿਰ ਬਦਰਪੁਰ ਦੇ ਵਿੱਚ ਮਹਾਰਾਜ ਨੇ ਡੇਰਾ ਕੀਤਾ। ਇਸ ਜਗ੍ਹਾ ਦਾ ਨਾਂ ਬਦਰਪੁਰ ਨਹੀਂ ਸੀ ਪਹਿਲਾਂ। ਜਦੋਂ ਗੁਰੂ ਸਾਹਿਬ ਜੀ ਇੱਥੇ ਗਏ ਹੈ, ਉਸ ਤੋਂ ਬਾਅਦ ਫਿਰ ਇਹਦਾ ਨਾਮ ਬਦਰਪੁਰ ਪਿਆ। ਬਦਰਪੁਰ ਕਿਉਂ ਪਿਆ, ਉਹਦੀ ਸਾਖੀ ਲਿਖੀ ਹੋਈ ਹੈ ਕਵੀ ਜੀ ਨੇ। ਸੋ ਕੱਲ੍ਹ ਦੀ ਕਥਾ 'ਚ ਸਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨੋਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਉ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਭਾਵੇਂ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਨ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਥੁਰ ਕਰਮ ਪਾਇਆ ਥੁਰ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕਹੋ ਆਤਿਤ ਕਰ ਅਨਹਦ ਵਾਜੇ ਅਨ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ ਜੀਓ ਪਿੰਡ ਸਾ ਤੇਰੀ ਰਾਤ
ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਵਾਹਿਗੁਰੂ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ, ਸਾਨਕ ਸਨੰਦ ਮਹੇਸ਼ ਸਮਾਨਾ। ਸ਼ੇਖ ਨਾਗ ਤੇਰੋ ਮਰਮ ਨ ਜਾਨਾ, ਸਾਨਕ ਸਨੰਦ ਮਹੇਸ਼ ਸਮਾਨਾ। ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਵਸਾਈ, ਰਹਾਉ। ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਬੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਬਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰਨਾਹੀ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰੂ ਕਾ ਸ਼ਬਦ ਰਖਵਾਰੀ, ਚੌਕੀ ਚੌਗੁਰਦ ਹਮਾਰੇ। ਰਾਮ ਨਾਮ ਬਨ ਜਪ ਜਪ ਭਾਗਾ। ਰਾਮ ਜੀ ਤੂੰ ਮੇਰੇ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਉ, ਨਾਨਕ ਪ੍ਰਭ ਵਿਨਾਸ਼ੀ। ਤਾ ਕਿਸੇ ਨ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ। ਜਪ ਗੁਰੂ ਸਬਲਾਲ ਮਹਲਾ ਪੰਜਵਾਂ। ਤਾਤੀ ਵਾ ਨ ਲੱਗੀ ਪਾਪ ਸਰਣਾਈ, ਚਾਗਿਰਦ ਹਮਾਰੇ ਰਾਮ ਕਰ ਦੁਖ ਲਗੇ ਨਾ ਭਾਈ। ਸਤਿਗੁਰ ਪੂਰਾ ਬੈਠਾ ਜੀ ਮੰਤ ਬਣਾਈ, ਰਾਮ ਨਾਮ ਅਖ ਦੀ ਕਾਲ ਮਿਲਾਏ। ਰਾਖ ਮਿਤ ਰਖਣ ਸੁਬਿਆਦ ਮਿਟਾਈ, ਕਹੋ ਨਾਨਕ ਕਿਰਪਾ ਬਿਪਰ ਭੈ ਸਹਿ ਸਲੋਕ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਹਣਾ ਹੁਣਾ ਤੁਣਾ ਛੁਟਹਿ ਨਿਕਟ ਨ ਜਾਈਓ। ਦੁਰ ਸਲੋਕ ਮਹਲਾ ਪੰਜਵਾਂ। ਮਨ ਮੈਂ ਚਿਤ ਵਚਿਤ ਵਿਨੇਦਮ ਕਰੋਠ ਨੀਤ, ਹਰ ਕੀਰਤਨ ਕਾ ਹਰ ਹਰਦੇਵ ਨਾਨਕ ਮੀਸੋ ਹਿਲਾਰਾ ਗੌੜੀ ਦੀ ਕੀ। ਮਹਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਿ ਆਖੀਆਂ ਕਰਤਿਕਾ। ਵਿਚਾਰੁ ਤਿਤ ਕਰ ਗਾਵੋ, ਸੋਹਿਲਾ ਸਿਵਰਿਓ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਾਗੋ, ਸੋਹਿਲਾ ਹਮਾਰੀ ਜਿਤ ਸਦਾ ਸੁਖ ਹੋਇ ਰਹਾ। ਨਿਤ ਨਿਤ ਪੀੜੇ ਸਮਾਲੀਆਂ ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾਮ ਪਵੈ, ਤਿਸ ਦਾਤੇ ਕਵਣ ਸਮਾਰ। ਸੰਪਤ ਸਾਹ ਲਿਖਿਆ ਮਿਲ ਕਿਰਪਾ ਬਖਤੇ, ਦੇਹ ਸਜਣੇ ਸੀਸਣੀਆਂ ਜੋ ਸਹਿ ਸਮੇਲ। ਘਰ ਘਰ ਇਹੋ ਪਹੁੰਚਾ ਸੱਜਣੇ ਨਿਤ ਪਵਨ। ਸੱਜਣਹਾਰਾ ਸਿਮਰਿਐ ਨਾਨਕ ਸੇ ਦਿਆ ਵਨ ਰਾਗਾ। ਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰੂ ਗੁਰ ਇੱਕੋ ਵੇਸ਼। ਅਨੇਕ ਬਾਬਾ ਜੈ ਕਰਤੇ ਕੀਰਤ ਹੋਏ, ਸੋ ਕਰ ਰਾਖੋ ਲਾਈ ਪੈ ਰਹਾਉ। ਵਿਸਵੇਂ ਚਸਿਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਰ ਹੋਆ ਸੂਰਜ। ਕੁਰਤ ਅਨੇਕ ਨਾਨਕ ਕਰਤੇ ਕੀ ਕੀਤੇ ਵਿਸਰਾਗ। ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੀ, ਤਾਰਕਾ ਮੰਡਲ ਜਨਕ ਧੂਪ। ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋ।